ਜੀਓ ਦਾ ਸਿਮ ਆਇਆ ਸੀ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ। ਜੀਓ ਦਾ ਸਿਮ ਕਿਸ ਕੰਪਨੀ ਦਾ, ਆਪਾਂ ਉਸ ਕੰਪਨੀ ਦਾ ਨਾਮ ਨਹੀਂ ਲਵਾਂਗੇ, ਉਹਨਾਂ ਨੇ ਫ੍ਰੀ ਦੇ ਭਾਅ ਸਾਰਿਆਂ ਨੂੰ ਵੰਡਿਆ, ਮੋਬਾਈਲ ਵੀ ਦੇਤੇ, ਡਾਟਾ ਵੀ ਦਿੱਤਾ, ਫ੍ਰੀ ਕਾਲਿੰਗ ਵੀ ਦਿੱਤੀ। ਅੱਜ ਉਹ ਜੀਓ ਦੇ ਸਿਮ ਦਾ ਹਾਲ ਦੇਖ ਲਓ ਕੀ ਆ, ਮਹਿੰਗੇ ਪੈਕ ਕਰਤੇ, ਲੋਕਾਂ ਨੂੰ ਆਦਤ ਪੈ ਗਈ। ਸੋ ਇਸ ਆਰਡੀਨੈਂਸ ਦੇ ਵਿੱਚ ਵੀ ਕਿਸਾਨ ਇਹ ਕਹਿੰਦੇ ਇਹੀ ਚੀਜ਼ ਹੈ, 4 ਫਸਲਾਂ ਸਾਡੀਆਂ ਵਧੀਆ ਚੱਕੀਆਂ ਜਾਣਗੀਆਂ, ਵਧੀਆ ਰੇਟ ਤੇ ਦਿੱਤੀਆਂ ਜਾਣਗੀਆਂ। ਪਰ ਜਦੋਂ ਸਾਡੀ 5ਵੀਂ ਫਸਲ ਜਦੋਂ ਦੇਖਿਆ ਵੀ ਬਾਹਰ ਕਿਸਾਨ ਆਦਤ ਪੈ ਗਈ ਵੀ ਹਾਂ ਯਾਰ ਬਾਹਰ 5, ਜਿਵੇਂ ਤੁਸੀਂ ਕਿਹਾ ਵੀ 105 100 ਦੀ ਬਜਾਏ 105 ਦੀ ਵਿਕੂਆ, ਜਦੋਂ ਉਹਨੂੰ 5 ਵਾਲੀ ਆਦਤ ਪੈ ਗਈ ਤਾਂ ਮੰਡੀਆਂ ਦੇ ਆਟੋਮੈਟਿਕਲੀ ਤਾਲੇ ਲੱਗ ਜਾਣਗੇ, ਤਾਂ ਉਹ ਉਹਨਾਂ ਤੇ ਡਿਪੈਂਡ ਹੋ ਜਾਣਗੇ ਵਪਾਰੀਆਂ ਦੇ ਉੱਤੇ। ਜਿਹੜਾ ਬੀਬੀ ਬਾਦਲ ਦਾ ਅਸਤੀਫਾ ਹੈ ਉਹ ਲਿਆ ਗਿਆ ਜਾਂ ਉਹਨਾਂ ਨੇ ਆਪ ਦਿੱਤਾ ਜੀ? ਅਸਤੀਫਾ ਤੇ ਅਸਤੀਫਾ ਜੀ, ਚਾਹੇ ਲਿਆ ਗਿਆ ਚਾਹੇ ਉਹਨਾਂ ਨੇ ਆਪ ਦਿੱਤਾ। ਲੇਕਿਨ ਜਿਹੜਾ ਕੰਮ ਸੁਖਬੀਰ ਜੀ ਨੇ ਕੀਤਾ ਉਹਨੇ ਬਹੁਤ ਜਲਦਬਾਜ਼ੀ ਕੀਤੀ ਹੈ, ਔਰ ਇਹ ਕਹਿਣਾ ਕਿ ਮੈਂ ਬੰਬ ਸੁੱਟ ਦਿੱਤਾ, ਸੈਕੰਡ ਵਰਲਡ ਵਾਰ ਦਾ ਕਿੱਸਾ ਵੀ ਚਲੇ ਆਉਂਦਾ, ਅਮਰੀਕਾ ਨੇ ਬੰਬ ਸੁੱਟ ਕੇ ਜਾਪਾਨ ਨੂੰ ਚੁੱਪ ਕਰਾਤਾ ਸੀ। ਮੈਂ ਤਾਂ ਇਹ ਪੁੱਛਣਾ ਚਾਹੁੰਦਾ ਕਿ ਬੰਬ ਉਹਨਾਂ ਨੇ ਕਿੱਥੇ ਸੁੱਟਿਆ ਹੈ? एनडीए तो डर गई, मोदी साहब की सरकार तो हिल गई, कम गई, 5 मंत्री डिफेंस आके बयान दे रहे हैं। अपने आप को इतना बड़ा समझ करके किसी पे हमला करने की अकलमंदी नहीं है। और कैबिनेट के भी मीटिंग आई, कैबिनेट डिस्कशन हुई है, ठीक है, कोई ऑर्डीनेंस कैप्टन की मंजूरी बिना नहीं जा सकती जी। कैबिनेट तो बाद ऑर्डीनेंस प्रिंट होने तो पहले राष्ट्रपति की मंजूरी होती है जी। स्टेट के ऑर्डीनेंस जाना है, गवर्नर की मंजूरी होती है जी। और ये बीबी जी मीटिंग हाजिर थे, कैबिनेट मीटिंग फैसला होया, और उसके बाद जाकर के राष्ट्रपति से जाके ऑर्डीनेंस की शक्ल कानून बन के पंजाब जी सारे देश च जी। फिर उस ऑर्डीनेंस के बारे हम कहते सानू तो पता ही नहीं लग्या कि तुसी मेरे जो 4 महीने उसकी तारीफ करते रहे, एक स्टेज पर खड़े होकर मोदी साहब को बधाई देते रहे जी, तो तुसी किहड़े ऑर्डीनेंस की बधाई देंदे? जिहड़ा सुखबीर सिंह बादल ने स्टैंड लगता है जी, वो स्टैंड लेने की लोड़ नहीं सी। वो घबरा गए उन्होंने कहा भी शायद किसान सानू जप्पियां पा लेंगे जी। उन्होंने इस्तीफा दिता सी, बादल पिंड के जो धरने लगे उसे डरते, और फिर उन्होंने इस्तीफा दे के सोचा था भी सानू तो लोग इंतजार कर रहे हैं, जप्पियां पा लेंगे, साढ़े जकारे छड़े जाएंगे, होया नहीं। मित्तल साहब सुखबीर बादल कहते जी वोटिंग हुई है पार्लीमेंट के इस बिल के उत्ते, तो उन्होंने विरोध के वोट पाई है, तो उधरों कांग्रेस के सांसद रवनीर बिट्टू ये कह रहे जब वोटिंग हुई नहीं हैगी तो पंजाब के लोगों को सुखबीर बादल गुमराह क्यों कर रहे, ये की सच्चाई हैगी? साडा संविधान की गल करते हैं, संविधान नूं चंगी तरह लागू किया जाए, उसकी मजबूती की गल करते हैं। देखो बिल हक दे विच हैगा किसानां दे जां विरोध दे विच हैगा, ये फैसला किसान करनगे जां बीजेपी करेगी सरकार, ये उन्हां दा काम हैगा वा। एक लोकतंत्र एक साडा हक हैगा वा भी असीं उहदा विरोध कर सकीए। जो किसान दिल्ली जा रहे हैं अपना प्रोटेस्ट करने वास्ते, तो हरियाणे का की हक बनता वो पंजाब के किसानों या पंजाब की राजनीतिक पार्टी को उत्थों रोक के लाठीचार्ज करके वापस मोड़े। प्राइम मुद्दे देख रहे सारे दर्शकों का बहुत बहुत स्वागत है जी। मैं इंद्रपाल सिंह धुन्ना। ਜਦੋਂ ਤੋਂ ਕੇਂਦਰ ਸਰਕਾਰ ਨੇ ਖੇਤੀ ਆਰਡੀਨੈਂਸ ਪਾਸ ਕੀਤਾ ਤਾਂ ਦੇਸ਼ ਦੇ ਵਿੱਚ ਸਿਆਸੀ ਭੁਚਾਲ ਆਇਆ ਹੋਇਆ ਹੈ, ਜਿਸ ਦਾ ਸਭ ਤੋਂ ਵੱਧ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਪੰਜਾਬ ਦੇ ਵਿੱਚ ਜਿੱਥੇ ਕਿਸਾਨ ਜਥੇਬੰਦੀਆਂ ਧਰਨੇ ਮੁਜ਼ਾਹਰੇ ਕਰ ਰਹੀਆਂ ਨੇ, ਕੇਂਦਰ ਸਰਕਾਰ ਖਿਲਾਫ ਪ੍ਰੋਟੈਸਟ ਕਰ ਰਹੀਆਂ ਨੇ, ਉੱਥੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਵੱਲੋਂ ਵੀ ਜਿਹੜਾ ਆਪਣਾ ਰਾਜਨੀਤੀ ਮੈਂ ਕਹਿ ਸਕਦਾ ਕਿਸਾਨਾਂ ਦੇ ਮੁੱਦੇ ਤੇ ਕੀਤੀ ਜਾ ਰਹੀ ਹੈ। ਪਰ ਸਭ ਤੋਂ ਵੱਡਾ ਜਿਹੜਾ ਖਿਲਾਫ ਰਾਜਨੀਤੀ ਦਾ ਪਿਆ ਹੈ ਉਹ ਪਿਆ ਹੈ ਅਕਾਲੀ ਭਾਜਪਾ ਗੱਠਜੋੜ ਦੇ ਵਿੱਚ। ਬੀਤੇ ਦਿਨੀ ਕੁਝ ਦਿਨ ਪਹਿਲਾਂ ਮੈਂਬਰ ਪਾਰਲੀਮੈਂਟ ਜਿਹੜੇ ਸਿਮਰਤ ਕੌਰ ਬਾਦਲ ਨੇ ਉਹਨਾਂ ਨੇ ਬਤੌਰ ਕੇਂਦਰੀ ਮੰਤਰੀ ਅਸਤੀਫਾ ਦਿੱਤਾ ਗਿਆ ਵਾ। ਉਸ ਤੋਂ ਬਾਅਦ ਜਿਹੜੇ ਸ਼ਬਦੀ ਬਾਣ ਨੇ ਅਕਾਲੀ ਦਲ ਵੱਲੋਂ ਬੀਜੇਪੀ ਤੇ ਤਾਣੇ ਜਾ ਰਹੇ ਨੇ, ਹਾਲਾਂਕਿ ਬੀਜੇਪੀ ਵੱਲੋਂ ਹਾਲੇ ਉਸ ਤਰੀਕੇ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਸੋ ਬੀਤੇ ਦਿਨੀ ਵੀ ਸੁਖਬੀਰ ਬਾਦਲ ਵੱਲੋਂ ਇੱਕ ਐਟਮ ਬੰਬ ਦੀ ਗੱਲ ਕੀਤੀ ਗਈ ਸੀ, ਇੱਕ ਬੰਬ ਅਸੀਂ ਭਾਜਪਾ ਦੇ ਉੱਤੇ ਸੁੱਟਿਆ ਤੇ ਮੋਦੀ ਸਾਹਿਬ ਹੁਣ ਰੋਜ਼ਾਨਾ 5 ਮੰਤਰੀ ਜਿਹੜੇ ਨੇ ਉਸ ਆਰਡੀਨੈਂਸ ਦੇ ਉੱਤੇ ਜਵਾਬ ਦੇ ਰਹੇ ਨੇ। ਸਾਡੇ ਨਾਲ ਅੱਜ ਜੁੜੇ ਨੇ ਸਾਰੇ ਮਾਮਲੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਚਰਚਾ ਤੇ ਜੁੜੇ ਨੇ ਮਦਨ ਮੋਹਨ ਮਿੱਤਲ ਜਿਹੜੇ ਸਾਬਕਾ ਮੰਤਰੀ ਵੀ ਨੇ ਤੇ ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਵੀ ਨੇ। ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ, ਤੁਹਾਡਾ ਬਹੁਤ ਧੰਨਵਾਦ। ਮਿੱਤਲ ਸਾਹਿਬ ਪਹਿਲਾ ਸਵਾਲ ਇਹੀ ਹੈ ਜੀ, ਜਿਹੜਾ ਬੀਬੀ ਬਾਦਲ ਦਾ ਅਸਤੀਫਾ ਹੈ ਉਹ ਲਿਆ ਗਿਆ ਜਾਂ ਉਹਨਾਂ ਨੇ ਆਪ ਦਿੱਤਾ ਜੀ? ਅਸਤੀਫਾ ਤੇ ਅਸਤੀਫਾ ਜੀ।
चाहे लिया गया चाहे उन्होंने आप दिता, जी। पर दिता उन्होंने आप है, ਅਸੀਂ नहीं मंगे उन्होंने। जी लेकिन एट द सेम टाइम मैं कहना चाहना कि सुखबीर बादल ने राजनीति च बहुत बड़ी गलती की है। जी समझदार है, पढ़िया लिखा है, उसकी पत्नी बहुत पढ़ी लिखी है, दोनों पढ़िया लिखा परिवार है, और सरदार प्रकाश सिंह बादल का बहुत बड़ा रुतबा है। उस आदमी की पंजाब में बहुत बड़ी देन है। मेरा ख्याल है कोई भी पंजाब का किसी पार्टी का लीडर इन्ने लंबे अरसे तक मुख्यमंत्री रह के पंजाब की सेवा नहीं की जी। और वो किसानों के मुद्दे ते हमेशा अग्रसर रहे हैं और रियल सेंस च उन्होंने किसानों की बड़ी मदद की है, बड़ी सेवा की है जी। लेकिन जिहड़ा काम सुखबीर जी ने किया उन्हें बहुत जल्दबाजी की है और ये कहना कि मैं बम सुट दिता, सैकेंड वर्ल्ड वार का किस्सा विच ले आंदा, अमरीका ने बम सुट के जापान को चुप कराता सी। मैं तो ये पूछना चाहना बम उन्होंने कित्थे सुट्टे है जी? अपने घर च सुट्टे, पिंड च सुट्टे जी, या चंडीगढ़ के घर च सुट्टे जी? अगर कित्थे सुट्टे बंब जिहड़ा उन्होंने शब्द इस्तेमाल किया ये तो लगता है कि वो ज़्यादा छलंग मारने की कोशिश कर रहे हैं जिहड़ी कि जमीन नीचे नहीं है जी। और जमीन के मुताबिक बंदे नूं बोलना चाहिए और बिल्कुल साडे गुरुओं ने कहा ऊंचा बोलना बोलिए करतारों डरिए जी। सो बंब सुटो एक होर कहता कि जी एनडीए तो डर गई जी। मोदी साहब की सरकार तो हिल गई कम गई, पांच मंत्री डिफेंस आके बयान दे रहे हैं जी। अपने आप ਨੂੰ इतना ਵੱਡਾ समझ करके किसी ते हमला ਕਰਨ ਵਿੱਚ ਅਕਲਮੰਦੀ नहीं है जी। बुद्धिमत्ता नहीं है। ਮਿੱਤਲ ਸਾਹਿਬ ਆਰਡੀਨੈਂਸ ਲਿਆਂਦਾ ਗਿਆ, ਇੱਕ ਆਰਡੀਨੈਂਸ ਜਦੋਂ ਆਉਂਦਾ ਭਾਵੇਂ ਉਹ ਸਟੇਟ ਦਾ ਹੋਵੇ ਜਾਂ ਸੈਂਟਰ ਦਾ ਹੋਵੇ ਤਾਂ ਉਹਦੇ ਵਿੱਚ ਮੰਤਰੀ ਮੰਡਲ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ। ਉਸ ਆਰਡੀਨੈਂਸ ਹਰੇਕ ਮੰਤਰੀ ਕੋਲ ਜਾਂਦਾ ਵੀ ਹੈ ਪੜ੍ਹਨ ਵਾਸਤੇ, ਵਿੱਚ ਕੋਈ ਚਰਚਾ ਕਰਨੀ ਹੈ ਜਾਂ ਇਹ 'ਚ ਕੋਈ ਚੇਂਜ ਕਰਨਾ। ਸੋ ਜਿਹੜਾ ਆਰਡੀਨੈਂਸ ਹੈ ਬੀਬੀ ਬਾਦਲ ਤੇ ਸੁਖਬੀਰ ਬਾਦਲ ਇਹ ਕਹਿ ਰਹੇ ਨੇ ਵੀ ਆਰਡੀਨੈਂਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਉਹਨਾਂ ਨੇ ਕੁਝ ਦਿਨ ਪਹਿਲਾਂ ਆਰਡੀਨੈਂਸ ਦੇ ਪੱਖ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਵੀ ਕੀਤੀ ਸੀ। ਸੋ ਇਸ ਸਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਐਡਾ ਝੂਠ ਕਿਉਂ ਬੋਲਿਆ ਜਾ ਰਿਹਾ ਪੰਜਾਬ ਦੀ ਜਨਤਾ ਨੂੰ? देखो ये राजनीति च जिहड़ा बंदा सच बोलूगा ना जी वो कामयाब होगा। थोड़े दिन पहले उसका बयान आया था भी हाँ ऑर्डीनेंस की फाइल आई थी मेरे को, मैनू ध्यान नहीं, हाँ आई थी दफ्तर च आई थी। अज कहता भी ऑर्डीनेंस की फाइल के उत्ते असीं तां कमेंट किया, विरोध किया और कैबिनेट के विच भी मीटिंग आई, कैबिनेट डिस्कशन हुई है, ठीक है। कोई ऑर्डीनेंस कैप्टन की मंजूरी बिना नहीं जा सकता जी। कैबिनेट तो बाद ऑर्डीनेंस प्रिंट होने तो पहले राष्ट्रपति की मंजूरी होती है जी। स्टेट के ऑर्डीनेंस जाना है गवर्नर की मंजूरी होती है जी। और ये बीबी जी मीटिंग च हाजिर थे, कैबिनेट मीटिंग फैसला होया और उसके बाद जा करके राष्ट्रपति ते जाके वो ऑर्डीनेंस की शक्ल च कानून बन के पंजाब दे विच आया जी। सारे देश च आया जी। फिर उस ऑर्डीनेंस के बारे हुण कहंदे सानूं तां पता ही नहीं लग्या भी तुसीं फिर जो 4 महीने उसकी तारीफ करते रहे, एक एक स्टेज ते खड़े होकर मोदी साहब नूं बधाई दिंदे रहे जी। तो तुसीं किहड़े ऑर्डीनेंस की बधाई दिंदे थे? जी। इसे ऑर्डीनेंस की बधाई दिंदे थे। आ हुण रात नूं एक दिन पहले अस्तीफा देने तो पहले उन्होंने किहड़ा आके रोशनी आ गई उपरों जिन्हें कहता भी तो ऑर्डीनेंस गलत है, किसानों के खिलाफ है। वो सिर्फ ना ऑर्डीनेंस के खिलाफ च उन्होंने कोई फर्क पिया जी, ना ऑर्डीनेंस दे वो विरोध च इस्तीफा दिता। दरअसल वो घबरा गए। बादल पिंड च कदे इदां दा धरना लग्या जिसा इस बार लगा और हफ्ता पर लग्या रहा जी। वो धरने तो घबरा गए भी साडे तो घर दे मूहरे धरना लग गया, जी। साडे कोलों तां सिख मासी निकल गए, साडे कोलों किसान निकल गए। ये जथेबंदियां किहड़ियां? ये वही जथेबंदियां जिहड़ियां पहले भी इन्हां दे खिलाफ थीआं, जी। कदे भी इन्हां दे हक च तां ਕੀ ਤੁਸੀਂ ਇਹ ਸਮਝਦੇ ਹੋ ਵੀ ਜਿਹੜਾ 2017 ਵਿੱਚ ਅਕਾਲੀ ਭਾਜਪਾ ਦੀ ਸਰਕਾਰ ਗਈ ਹੈ ਉਹਦੇ ਵਿੱਚ ਵੱਡਾ ਰੋਲ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਲ ਕੀਤੀ ਹੈ ਪ੍ਰਕਾਸ਼ ਸਿੰਘ ਬਾਦਲ ਦੀ ਵੀ ਉਹ ਇੱਕ ਹੰਡੇ ਹੋਏ ਨੇਤਾ ਨੇ, ਉਹਨਾਂ ਨੇ ਬੜਾ ਅਜਿਹਾ ਸਮਾਂ ਦੇਖਿਆ ਵਾ ਅਕਾਲੀ ਦਲ ਤੇ ਭਾਵੇਂ ਭੀੜ ਆਵੇ ਭਾਵੇਂ ਉਹ ਗੱਠਜੋੜ ਤੇ ਭੀੜ ਆਵੇ ਉਹਨਾਂ ਨੇ ਮੌਕਾ ਸੰਭਾਲਿਆ ਵਾ। ਤੁਸੀਂ ਸਮਝਦੇ 2017 ਵੀ ਇਹਨਾਂ ਦੀ ਗਲਤੀ ਕਰਕੇ 2017 ਦੇ ਇਲੈਕਸ਼ਨ ਚ ਕੀ ਹੋਇਆ ਉਹਦੀ ਹੁਣ ਚਰਚਾ ਕਰਨ ਦਾ ਫਾਇਦਾ ਨਹੀਂ ਜੀ। ਬਟ ਵਨ ਥਿੰਗ ਇਜ਼ ਕਲੀਅਰ ਕਿ ਅਕਾਲੀ ਦਲ ਦਾ ਐਡੇ ਵੱਡੇ ਕੱਦ ਦਾ ਲੀਡਰ ਇੰਨੀ ਦੇਰ ਤੋਂ ਬਾਅਦ ਮਾਸਟਰ ਸਿੰਘ ਬਹੁਤ ਬੜਾ ਲੀਡਰ ਸੀ ਜੀ। ਮਾਸਟਰ ਸਿੰਘ ਤੋਂ ਬਾਅਦ ਸੰਤ ਫਤਿਹ ਸਿੰਘ ਆਇਆ, ਉਹ ਬਹੁਤ ਬੜੇ ਕੱਦ ਦੇ ਲੀਡਰ ਸੀ, ਕਦਾਵਰ ਨੇਤਾ थे ਜੀ। और पंजाब ਦੇ ਵਿੱਚ ਅਕਾਲੀ ਦਲ ਦਾ ਐਡਾ ਵੱਡਾ ਕਦਾਵਰ ਨੇਤਾ ਜੇ ਕੋਈ ਆਇਆ ਤਾਂ ਪ੍ਰਕਾਸ਼ ਸਿੰਘ ਬਾਦਲ ਆਇਆ ਜੀ। और ਇੰਨੀ ਦੇਰ ਤੱਕ ਮੁੱਖ ਮੰਤਰੀ ਰਹਿ ਕੇ ਜਿਨ੍ਹਾਂ ਨੇ ਪੰਜਾਬ ਦੀ ਸੇਵਾ ਕੀਤੀ, ਕਿਸਾਨਾਂ ਦੀ ਸੇਵਾ ਕੀਤੀ,
ਔਰ ਅੱਜ ਵੀ ਅਗਰ ਕੋਈ ਉਸ ਕੱਦ ਦਾ ਆਦਮੀ ਹੈ, ਸਿਰਫ ਲੰਬਾਈ 'ਚ ਮੈਂ ਕੱਦ ਦੀ ਗੱਲ ਨਹੀਂ ਕਰਦਾ, ਅਕਲ ਦੇ ਵਿੱਚ, ਰਾਜਨੀਤਿਕ ਸਟੇਚਰ ਦੇ ਮੁਤਾਬਕ ਜੀ, ਉਹਦਾ ਨਾਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੈ, ਜਿਹੜਾ ਪੰਜਾਬ ਦੀਆਂ ਸਾਰੀਆਂ ਕਮਿਊਨਿਟੀ, ਸਾਰੀਆਂ ਧਾਰਮਿਕ ਜਥੇਬੰਦੀਆਂ, ਜਿਹੜਾ ਉਹਨਾਂ ਸਭ ਨੂੰ ਨਾਲ ਲੈ ਕੇ ਚੱਲਣ ਦੀ ਜਿਸ ਕਪੈਸਿਟੀ, ਜਿਹਦੀ ਸੋਚ ਹੈ, ਜਿਹਦੇ ਫੈਸਲੇ ਹੈ, ਉਹ ਸਰਦਾਰ ਪ੍ਰਕਾਸ਼ ਮਿੱਤਲ ਸਾਹਿਬ, ਮੈਂ 2017 ਦੀ ਗੱਲ ਤਾਂ ਕੀਤੀ ਸੀ ਵੀ ਜਦੋਂ ਸੁਖਬੀਰ ਬਾਦਲ ਦੇ ਹੱਥ ਵਾਂਗਡੋਰ ਆਈ ਹੈ, ਥੋੜੀ ਜਿਹੀ ਪਾਵਰ ਦਿੱਤੀ ਗਈ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ, ਉਦੋਂ ਤੋਂ ਗੱਠਜੋੜ ਦੇ ਵਿੱਚ ਤਲੇੜਾ ਪੈਣੇ ਸ਼ੁਰੂ ਹੋਈਆਂ ਨੇ, ਭਾਵੇਂ ਉਹ ਹਰਿਆਣਾ ਦੇ ਵਿੱਚ ਭਾਜਪਾ ਦੇ ਅਗੇਂਸਟ ਚੋਣ ਲੜਨ ਦੀ ਗੱਲ ਹੋਵੇ, ਜਾਂ ਕੁਝ ਮਹੀਨੇ ਪਹਿਲਾਂ ਵੀ ਕੁਝ ਅਜਿਹੀਆਂ ਗੱਲਾਂ ਹੋਈਆਂ ਜਿਸ ਕਰਕੇ ਤੁਸੀਂ ਵੀ ਮੀਡੀਆ ਵਿੱਚ ਆ ਕੇ ਉਹ ਬਿਆਨ ਦਿੱਤਾ ਸੀ ਗੱਠਜੋੜ ਨੂੰ ਲੈ ਕੇ, ਤੇ ਅੱਜ ਵੀ ਉਹੀ ਸਥਿਤੀ ਅੱਜ ਜਿਹੜਾ ਸਵਾਲ ਹੈ ਉਹ ਸਿਰਫ ਇਹ ਹੈ ਵੀ ਕਿਸਾਨਾਂ ਦੇ ਮੁੱਦੇ ਤੇ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਸਟੈਂਡ ਲਿੱਤਾ ਜੀ, ਉਹ ਸਟੈਂਡ ਲੈਣ ਦੀ ਲੋੜ ਨਹੀਂ ਸੀ। ਉਹ ਘਬਰਾ ਗਏ ਉਹਨਾਂ ਕਿਹਾ ਵੀ ਸ਼ਾਇਦ ਕਿਸਾਨ ਸਾਨੂੰ ਜੱਫੀਆਂ ਪਾ ਲੈਣਗੇ ਜੀ। ਉਹਨਾਂ ਨੇ ਅਸਤੀਫਾ ਦਿੱਤਾ ਸੀ, ਬਾਦਲ ਪਿੰਡ ਦੇ ਵਿੱਚ ਜਿਹੜੇ ਧਰਨੇ ਲੱਗੇ ਉਹ ਤੇ ਡਰਦੇ, ਔਰ ਫਿਰ ਉਹਨਾਂ ਨੇ ਅਸਤੀਫਾ ਦੇ ਕੇ ਸੋਚਿਆ ਤਾਂ ਵੀ ਸਾਨੂੰ ਤਾਂ ਲੋਕ ਇੰਤਜ਼ਾਰ ਕਰਦੇ ਹੋਣ, ਗੱਲ ਜੱਫੀਆਂ ਪਾ ਲੈਣਗੇ, ਸਾਡੇ ਜਕਾਰੇ ਛੱਡੇ ਜਾਣਗੇ। ਹੋਇਆ ਨਹੀਂ ਜੀ। ਕਿਉਂ ਨਹੀਂ ਹੋਇਆ? ਕਿਉਂਕਿ ਜਿਹੜੇ ਜਥੇਬੰਦੀਆਂ ਐਜੀਟੇਸ਼ਨ ਕਰ ਰਹੀਆਂ, ਜਿਹੜੀਆਂ ਇਹਨਾਂ ਦੇ ਖਿਲਾਫ ਕੰਮ ਕਰ ਰਹੀਆਂ, ਉਹੀ ਤਾਂ ਲੀਡ ਕਰ ਰਹੀਆਂ ਜੀ, ਔਰ ਉਹ ਸਾਰੇ ਚਾਹੁੰਦੇ। ਹੁਣ ਇਹਨਾਂ ਨੇ ਅਸਤੀਫਾ ਵੀ ਦਿੱਤਾ ਤਾਂ ਵੀ ਕੋਈ ਮੰਨ ਨਹੀਂ ਰਿਹਾ ਜੀ। ਇਹਨਾਂ ਦਾ ਦੇਖੋ ਤੁਸੀਂ, ਇਹ ਤਲਵੰਡੀ ਸਾਹਿਬ ਜਾ ਰਹੇ ਤੇ ਜੀ, ਉੱਥੇ ਕਾਲੇ ਝੰਡੇ ਦਿਖਾਏ ਗਏ ਜੀ। ਫਿਰ ਹੁਣ ਜਿੱਥੇ ਸਰਬਜੀਤ ਮੱਕੜ ਤੇ ਬੜਾ ਚੰਗਾ ਐਮਐਲਏ ਰਿਹਾ ਜੀ, ਬੜੀ ਅੱਛੀ ਅਗਵਾਈ ਕੀਤੀ ਹੈ, ਸਮਝਦਾਰ ਆਦਮੀ ਹੈ, ਔਰ ਐਡਾ ਬੜਾ ਬਿਜ਼ਨਸ ਚਲਾ ਰਿਹਾ ਹੈ। ਉਹ ਆਦਮੀ ਧਰਨੇ 'ਚ ਗਿਆ ਆਪਣਾ ਪੱਖ ਰੱਖਣ ਵਾਸਤੇ, ਉਹਨੂੰ ਧਰਨੇ 'ਚ ਨਹੀਂ ਬੈਠਣ ਦਿੱਤਾ ਜੀ। ਇਹਦਾ ਮਤਲਬ ਜਿਹੜੇ ਕਿਸਾਨ ਜਥੇਬੰਦੀਆਂ ਧਰਨਾ ਲਾ ਰਹੀਆਂ, ਉਹ ਇਹਨਾਂ ਦੇ ਨਾਲ ਨਹੀਂ ਹੈ ਜੀ। ਇਹਨਾਂ ਨੇ ਬਾਹਰ ਆ ਕੇ ਸਾਬਤ ਕਰਤਾ ਵੀ ਹੁਣ ਕਿਸਾਨ ਇਹਨਾਂ ਦੇ ਨਾਲ ਨਹੀਂ। ਇਹਨਾਂ ਨੇ ਆਪਣਾ ਜਿਹੜਾ ਪੱਖ ਦਾ, ਜਿਹੜੀ ਇਹਨਾਂ ਦੀ ਛਵੀ ਥੀ ਬਣੀ ਵੀ ਜੀ, ਜੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ, ਉਹ ਕਮਜ਼ੋਰ ਕਰ ਲੈ ਜੀ। ਮਿੱਤਲ ਸਾਹਿਬ, ਅੱਜ ਮੈਂ ਇਹ ਕਹਿਣਾ ਚਾਹੁੰਦਾ ਕਿ ਹਾਲੇ ਵੀ ਕੁਝ ਨਹੀਂ ਵਿਗੜਿਆ ਡੁੱਲੇ ਬੇਰਾਂ ਦਾ। ਸੁਖਬੀਰ ਸਿੰਘ ਬਾਦਲ ਨੂੰ ਮੈਂ ਕਹਿੰਦਾ, ਅੱਜ ਉਹਨਾਂ ਦੀ ਕੋਰ ਕਮੇਟੀ ਦੀ ਮੀਟਿੰਗ ਹੈ ਜੀ, ਬਿਲਕੁਲ ਉਹਦੇ 'ਚ ਠੰਡੇ ਦਿਮਾਗ ਨਾਲ ਸਾਰੇ ਇਸ਼ੂ ਨੂੰ ਸੋਚਣ। ਆਹ ਗੱਲਾਂ ਨਾ ਕਰਨ ਮੈਂ ਬੰਬ ਸੁੱਟਤਾ, ਜਿਵੇਂ ਅਮਰੀਕਾ ਨੇ ਜਾਪਾਨ ਤੇ ਸੁੱਟਿਆ ਸੀ, ਸਾਰੀ ਸਰਕਾਰ ਹਿਲ ਗਈ, ਮੋਦੀ ਸਾਹਿਬ ਘਬਰਾ ਗਏ, ਕੇਂਦਰ ਸਰਕਾਰ ਹਿਲ ਗਈ, ਪੰਜ ਸਿਰ ਬੋਲਣ ਲੱਗ ਗਏ। ਇਹ ਗੱਲਾਂ ਬੋਲਣ ਦਾ ਸਭ ਪਰ ਚਰਚਾ ਹੈ ਜਿਹੜੀ ਅੱਜ ਦੀ ਕੋਰ ਕਮੇਟੀ ਵਿੱਚ ਸ਼ਾਇਦ ਇਹ ਫੈਸਲਾ ਲਿਆ ਜਾ ਸਕਦਾ ਵੀ ਜਿਹੜਾ ਗੱਠਜੋੜ ਉਹ ਖਤਮ ਕੀਤਾ ਜਾਵੇ ਭਾਜਪਾ ਨਾਲੋਂ ਜੀ। ਉਹਨਾਂ ਨੂੰ ਖੁੱਲੀ ਛੁੱਟੀ ਜੋ ਮਰਜ਼ੀ ਫੈਸਲਾ ਲੈਣ, ਪਰ ਮੈਂ ਕਹਿੰਦਾ ਠੰਡੇ ਦਿਲ ਨਾਲ ਸੋਚਣ ਜੀ। ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਇੰਨੀ ਉੱਚੀਆਂ ਗੱਲਾਂ ਕਰਕੇ ਗੁਰੂ ਸਾਹਿਬ ਦੇ ਵਚਨਾਂ ਨੂੰ ਯਾਦ ਕਰਾਂ ਜੀ। ਉੱਚਾ ਬੋਲਣਾ ਬੋਲੀਏ, ਕਰਤਾਰੋਂ ਡਰੀਏ, ਇਹ ਗੱਲ ਐਵੇਂ ਨਹੀਂ ਕਹੀ ਗਈ। ਸੋ ਉਧਰ ਦੇਖਣ ਔਰ ਆਪਣੀ ਹੈਸੀਅਤ ਦੇਖਣ, ਆਪਣੀ ਪੋਜੀਸ਼ਨ ਦੇਖਣ, ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਰੁਤਬਾ ਦੇਖਣ ਜੀ। ਔਰ ਅਗਰ ਜਿਹੜਾ ਐਨਡੀਏ ਬਣਿਆ, ਐਨਡੀਏ ਇਕੱਲੇ ਵਾਜਪੇਈ ਸਾਹਿਬ ਨੇ ਨਹੀਂ ਬਣਾਇਆ ਜੀ। ਐਨਡੀਏ ਦੀ ਇਮਾਰਤ ਖੜੀ ਕਰਨ ਦੇ ਵਿੱਚ ਮੇਨ ਮੁਖੀਆ ਠੀਕ ਹੈ ਵਾਜਪੇਈ ਸਾਹਿਬ ਤੇ, ਪਰ ਬਾਦਲ ਸਾਹਿਬ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਵੀ ਹਿੱਸਾ, ਉਹਦੇ 'ਚ ਅਡਵਾਨੀ ਸਾਹਿਬ ਦਾ ਹਿੱਸਾ, ਉਹਦੇ 'ਚ ਨਿਤਿਸ਼ ਕੁਮਾਰ ਦਾ ਵੀ ਹਿੱਸਾ, ਉਹਦੇ 'ਚ ਜਾਰਜ ਫਰਨਾਂਡਿਸ ਦਾ ਵੀ ਹਿੱਸਾ ਜੀ, ਉਹਦੇ ਵਿੱਚ ਕੁਝ ਹੋਰ ਨੇਤਾ ਕੁਮਾਰ ਮੰਗਲਮ ਵਗੈਰਾ, ਜਿਨ੍ਹਾਂ ਨੇ ਇਹ ਐਨਡੀਏ ਬਣਾਉਣ ਦੇ ਵਿੱਚ ਹਿੱਸਾ ਪਾਇਆ। ਕੁਝ ਸਦਰਨ ਸਟੇਟ ਦੇ ਨੇਤਾਵਾਂ ਨੇ ਪਾਇਆ, ਤਾਂ ਜਾ ਕੇ ਇਹ ਕਾਂਗਰਸ ਨੂੰ ਢਾਉਣ ਵਾਸਤੇ ਇੱਕ ਐਡੀ ਵੱਡੀ ਸੰਸਥਾ ਖੜੀ ਹੋਈ। ਇੰਨਾ ਬੜਾ ਲੋਕ ਹਿੱਤ ਵਿੱਚ ਜੀ ਪਾਰਟੀ ਖੜੀ ਹੋਈ, ਲੋਕ ਹਿੱਤ ਵਿੱਚ, ਲੋਕ ਹਿੱਤ ਦੇ ਵਿੱਚ ਚੱਲਣ ਵਾਲੀ ਪਾਰਟੀ, ਜਿਹੜੀ ਕਿ ਜਮਹੂਰੀਅਤ 'ਚ ਵਿਸ਼ਵਾਸ ਕਰਦੀ ਹੈ, ਵਿਧਾਨ 'ਚ ਵਿਸ਼ਵਾਸ ਕਰਦੀ ਹੈ, ਆਮ ਲੋਕਾਂ ਦੇ ਵਿਕਾਸ 'ਚ ਵਿਸ਼ਵਾਸ ਕਰਦੀ ਹੈ, ਪਾਰਟੀ ਖੜੀ ਹੋਈ ਜਿਹਦੇ ਵਿੱਚ ਸਾਰਿਆਂ ਨੇ ਮਿਲ ਕੇ ਬਣਾਇਆ। ਅਗਰ ਇਹ ਬੰਬ ਸੁੱਟਣ ਦੀ ਗੱਲ ਕਰਦੇ ਆ, ਹੁਣ ਇਹ ਬਾਦਲ ਸਾਹਿਬ ਦਾ ਘੱਟ ਆਉਣ ਲੱਗੇ ਜੀ, ਇਹਦਾ ਮਤਲਬ ਕੁਝ ਸੋਚਣ ਦਾ ਸੀ ਵੀ ਕਿਆ ਬੋਲਦੇ। ਬਾਦਲ ਸਾਹਿਬ ਵਨ ਆਫ ਦੀ ਮੇਜਰ ਕੰਟਰੀਬਿਊਟਰ ਹੈ, ਭਾਵੇਂ ਇੱਥੇ ਦੇ ਐਮਪੀ ਘੱਟ ਹੋਣਗੇ, ਸੀਟਾਂ ਘੱਟ ਹੋਣਗੀਆਂ, ਬਟ ਹਿੰਦੁਸਤਾਨ 'ਚ ਜਿਹੜਾ ਉਹਦਾ ਸਟੇਚਰ ਤਾਂ ਉਹਦਾ ਮੁੱਲ ਅੱਜ ਵੀ ਜੀ। ਮਤਲਬ ਸਾਹਿਬ ਗੱਠਜੋੜ ਦੀ ਗੱਲ ਤੁਰੀ ਹੈ ਤਾਂ ਇਹ ਸਵਾਲ ਅਹਿਮ ਹੈ, ਜੇ ਮੰਨ ਲਓ ਗੱਠਜੋੜ ਦੇ ਬਾਰੇ ਅਕਾਲੀ ਦਲ ਵੱਲੋਂ ਕੋਈ ਫੈਸਲਾ ਲਿਆ ਜਾਂਦਾ ਵੱਖ ਹੋਣ ਦਾ, ਤਾਂ ਕੀ ਭਾਜਪਾ ਜਿਹੀ ਪੋਜੀਸ਼ਨ ਦੇ ਵਿੱਚ ਹੈਗੀ ਉਹ ਇਕੱਲੇ ਚੋਣ ਲੜੇਗੀ ਪੰਜਾਬ? ਅਸੀਂ ਤਾਂ ਉਹਨਾਂ ਨੂੰ ਇਹ ਰਾਏ ਦੇਵਾਂਗੇ ਜੀ ਕਿ ਨਾ ਤੋੜੋ ਜੀ। ਮੈਂ ਉਹਦਾ ਬੜਾ ਭਰਾ ਹੈ ਸੁਖਵੀਰ ਦਾ, ਔਰ ਮੈਂ ਉਹਨਾਂ ਨੂੰ ਰਾਏ ਦਊਂਗਾ ਵੀ ਹਾਲੇ ਕੁਝ ਨਹੀਂ ਵਿਗੜਿਆ ਡੁੱਲੇ ਬੇਰਾਂ ਦਾ ਜੀ। ਅਗਰ ਉਹ ਨਾ ਤੋੜਨ, ਉਹਨਾਂ ਦੇ ਹਿੱਤ ਹੈ ਜੀ, ਔਰ ਉਹ ਐਡਾਮੈਂਟਾਂ ਤੋੜਨੀ, ਫਿਰ ਮੇਰੀ ਪਾਰਟੀ क्या कर सकती है जी। ਅਸੀਂ ਤਾਂ ਤੋੜਨ ਵਾਸਤੇ ਕਿਹਾ ਨਹੀਂ, ਅਸੀਂ ਇਹਨਾਂ ਨੂੰ ਅਸਤੀਫੇ ਵਾਸਤੇ ਨਹੀਂ ਕਿਹਾ ਜੀ। ਮੇਰੀ ਪਾਰਟੀ ਦੇ ਪ੍ਰਧਾਨ ਮੰਤਰੀ ਨੇ ਨਹੀਂ ਕਿਹਾ,
ਰਾਸ਼ਟਰੀ ਅਧਿਕਸ਼ JP ਨੱਡਾ ਨੇ ਨਹੀਂ ਕਿਹਾ ਜੀ, ਸਾਡੇ ਇਸ ਮਹਿਕਮੇ ਦੇ ਵਜ਼ੀਰ ਨੇ ਨਹੀਂ ਕਿਹਾ, ਕਿਸੇ ਨੇ ਨਹੀਂ ਕਿਹਾ। ਕਿ ਜੋ ਆਪਣੀ ਮਰਜ਼ੀ ਤੇ ਫੈਸਲੇ ਜੀ, ਲੈਣ ਤੇ ਆਏ ਵੇ, ਉਹ ਫੈਸਲੇ ਜਿਹੜੇ ਉਹਨਾਂ ਦੇ ਹੋਣਗੇ ਜੀ, ਉਹ ਨਾ BJP ਦੇ ਨੁਕਸਾਨਦੇਹ ਹੈ, ਨਾ ਪੰਜਾਬ ਦੇ ਨੁਕਸਾਨਦੇਹ ਹੈ, ਔਰ ਨਾ ਅਕਾਲੀ। ਉਹ ਨੁਕਸਾਨ ਕਰਨਗੇ ਸੁਖਵੀਰ ਦਾ, ਜੀ, ਉਹ ਨੁਕਸਾਨ ਕਰਨਗੇ ਅਕਾਲੀ ਦਲ ਯੂਨਿਟ ਦਾ, ਉਹ ਨੁਕਸਾਨ ਕਰਨਗੇ ਇਹਨਾਂ ਦੀ ਆਪਣੀ ਸੋਚ ਦੇ ਕਾਰਨ। ਜੀ, ਇਹਨਾਂ ਨੂੰ ਕਿਨਾਰੇ ਕਰ ਦੇਣਗੇ, ਕਮਜ਼ੋਰ ਕਰ ਦੇਣਗੇ, ਜਿਹੜੀ ਕਿ ਦੁਬਾਰਾ ਇਕੱਠੇ ਹੋ ਕਰਕੇ ਬੜੀ ਤਾਕਤ ਬਣਾਉਣਾ ਬਹੁਤ ਮੁਸ਼ਕਿਲ ਹੈ। ਜੀ। ਮਿੱਤਲ ਸਾਹਿਬ, ਸੁਖਬੀਰ ਬਾਦਲ ਕਹਿੰਦੇ ਜਿਹੜੀ VOTING ਹੋਈ ਆ ਪਾਰਲੀਮੈਂਟ ਦੇ ਵਿੱਚ ਇਸ ਬਿੱਲ ਦੇ ਉੱਤੇ, ਤਾਂ ਉਹਨਾਂ ਨੇ ਵਿਰੋਧ ਦੇ ਵਿੱਚ ਵੋਟ ਪਾਈ ਹੈ, ਤਾਂ ਉਧਰੋਂ ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ ਇਹ ਕਹਿ ਰਿਹਾ ਜਦ VOTING ਹੋਈ ਨਹੀਂ ਹੈਗੀ ਤਾਂ ਪੰਜਾਬ ਦੇ ਲੋਕਾਂ ਨੂੰ ਸੁਖਬੀਰ ਬਾਦਲ ਗੁੰਮਰਾਹ ਕਿਉਂ ਕਰ ਰਹੇ? ਇਹਦੇ ਵਿੱਚ ਕੀ ਸੱਚਾਈ ਹੈਗੀ ਹੈ ਜੀ? ਇਹ ਤਾਂ ਰਿਕਾਰਡ ਦੱਸੇਗਾ ਵੀ ਇਹਨਾਂ ਨੇ VOTING ਖਿਲਾਫ ਪਾਈ, ਹੱਕ ਚ ਪਾਈ ਹੈ ਜੀ, ਫਿਰ ਉੱਥੇ ਤਾਂ ਵਾਇਸ ਵੋਟ ਹੋਈ ਹੈ ਜੀ, डिवीजन तो हुई नहीं है जी, अगर ये खिलाफ वोट पा रहे हैं तो फिर किहनूं सुना रहे हैं जी, फिर NDA ਦੇ ਵਿੱਚ बैठ के खिलाफ वोट करना ये लोक राज ਦੀ ਗੱਲ ਕਿੱਥੋਂ ਕਰ ਰਹੇ हैं जी, लोकतंत्र ਦੀ ਦੁਹਾਈ ਦੇ ਰਹੇ हैं जी, ये कह रहे हैं जी बिल अनडेमोक्रेटिक है ਇਹ ਬਿੱਲ ਵਿਧਾਨ ਦੇ ਖਿਲਾਫ ਹੈ ਵਿਧਾਨ ਦੇ ਖਿਲਾਫ ਅਸੀਂ ਚੱਲ ਰਹੇ ਹਾਂ ਤੁਸੀਂ ਚੱਲ ਰਹੇ ਹੋ ਜੀ। ਮਿੱਤਲ ਸਾਹਿਬ ਆਪਾਂ ਆਰਡੀਨੈਂਸ ਤੇ ਆਈਏ। ਆਰਡੀਨੈਂਸ ਦਾ ਮਤਲਬ ਇਹ ਹੁੰਦਾ ਵੀ ਕੋਈ ਜ਼ਿਆਦਾ ਐਮਰਜੈਂਸੀ ਹੈ ਕਿਸੇ ਚੀਜ਼ ਨੂੰ ਲੈ ਕੇ, ਇਸ ਲਈ ਉਹਦੇ ਉੱਤੇ ਸਰਕਾਰ ਵੱਲੋਂ ਆਰਡੀਨੈਂਸ ਲਿਆਂਦਾ ਜਾ ਰਿਹਾ। ਇੱਕ ਪਾਸੇ ਕਰੋਨਾ ਮਹਾਮਾਰੀ ਹੈ, ਸਰਕਾਰ ਲੋਕਾਂ ਨੂੰ ਹਦਾਇਤਾਂ ਦੇ ਰਹੀ ਹੈ ਵੀ ਆਪਣੇ ਘਰਾਂ ਚੋਂ ਨਾ ਨਿਕਲੋ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰੋ। ਲੋਕਾਂ ਦੇ ਵਿੱਚ ਖਾਣ ਦੇ ਵੀ ਲਾਲੇ ਪਏ ਹੋਏ ਨੇ, ਚਲੋ ਕੰਮਕਾਰ ਸਾਰਿਆਂ ਦਾ ਠੱਪ ਹੋ ਗਿਆ। ਸੋ ਅਜਿਹੀ ਕਿਹੜੀ ਐਮਰਜੈਂਸੀ ਆ ਗਈ ਸੀ ਵੀ ਮੋਦੀ ਸਰਕਾਰ ਵੱਲੋਂ ਆਰਡੀਨੈਂਸ ਲਿਆਉਣਾ ਜ਼ਰੂਰੀ ਹੋ ਗਿਆ ਜੀ? ਆਰਡੀਨੈਂਸ ਠੀਕ ਹੈ ਜਦੋਂ ਵੀ ਲਿਆ ਜਾਂਦਾ ਹੈ ਜੀ, ਕਿਸੇ ਨੀਤੀ ਨੂੰ ਲਾਗੂ ਕਰਨ ਵਾਸਤੇ ਲਿਆ ਜਾਂਦਾ ਹੈ। ਹਿੰਦੁਸਤਾਨ ਬਹੁਤ ਬੜਾ ਦੇਸ਼ ਹੈ, ਇੱਥੇ ਦੀ ਆਬਾਦੀ ਬਹੁਤ ਹੈ ਜੀ, ਇੱਥੇ ਸਭ ਤੋਂ ਵੱਧ ਗਿਣਤੀ ਕਿਸਾਨ ਦੀ ਹੈ ਜੀ, ਅਗਰ ਉਹ ਅਸੀਂ ਆਰਡੀਨੈਂਸ ਸਤੰਬਰ ਚ ਲਿਆਂਦੇ ਜੀ, ਤਾਂ ਅਕਤੂਬਰ ਤੇ ਫਸਲ ਆ ਗਈ, ਫਿਰ ਅਕਤੂਬਰ ਫਸਲ ਕਿਵੇਂ ਚੱਕਦੇ? ਜੀ, ਇਸ ਕਰਕੇ ਉਹ ਕਾਨੂੰਨ ਆਰਡੀਨੈਂਸ ਪਹਿਲੇ ਇਸ ਕਰਕੇ ਲਿਆਂਦਾ ਵੀ ਤਾਂ ਕਿ ਸਾਰੇ ਦੇਸ਼ ਦੀ ਪ੍ਰਬੰਧ ਜਿਹੜੇ ਉਹ ਸੈਸ ਹੋ ਜਾਣ ਔਰ ਉਹ ਲੋਕਾਂ ਨੂੰ ਪਤਾ ਲੱਗਦਾ ਵੀ ਇਸ ਢੰਗ ਦੇ ਨਾਲ ਅਨਾਜ ਵਿਕਣਾ ਹੈ। ਜੀ, ਜਿੱਥੇ ਇੱਕ ਛੋਟਾ ਜਿਹਾ ਪੰਜਾਬ ਸੂਬੇ ਦਾ ਕੋਈ ਫੈਸਲਾ ਕਰਨਾ ਫਿਰ ਤਾਂ ਭਾਵੇਂ 10 ਦਿਨ ਪਹਿਲੇ ਕਰ ਲਓ, ਜੀ, ਕਿਉਂ ਸਾਰੇ ਦੇਸ਼ ਦਾ ਫੈਸਲਾ ਕਰਨਾ ਤਾਂ ਇਸ ਕਰਕੇ ਆਰਡੀਨੈਂਸ ਪਹਿਲੇ ਲਿਆਂਦਾ ਔਰ ਉਹ ਲਾਗੂ ਕੀਤਾ। ਉਹ ਲਾਗੂ ਕਰਕੇ ਏਜੰਸੀਆਂ ਨੂੰ ਆਪਣੀ ਆਪਣੀ ਡਿਊਟੀਆਂ ਸਮਝਾਤੀਆਂ। ਹੁਣ ਉਹ ਕਾਨੂੰਨ ਬਣ ਕੇ ਆ ਗਿਆ, ਉਹੀ ਆਰਡੀਨੈਂਸ ਜੀ, ਤੇ ਆਰਡੀਨੈਂਸ ਦੇ ਵਿੱਚ ਤਾਂ ਕਿਤੇ ਕਮੀ ਪੁਆਇੰਟ ਆਊਟ ਨਹੀਂ ਕਰਦੇ। ਜੀ। ਹੁਣ ਵੀ ਅਸੀਂ ਕਹਿੰਦੇ ਵੀ ਤੁਸੀਂ ਬਹਿ ਕੇ ਦੱਸੋ ਕੀ ਕਮੀ ਹੈ। ਜੀ ਮਿੱਤਲ ਸਾਹਿਬ, ਚਲੋ ਆਪਾਂ ਰਾਜਨੀਤਿਕ ਪਾਰਟੀਆਂ ਦੀ ਗੱਲ ਨਹੀਂ ਕਰਾਂਗੇ, ਅਸੀਂ ਅਕਾਲੀ ਦਲ ਦੀ ਗੱਲ ਨਹੀਂ ਕਰਾਂਗੇ, ਕਾਂਗਰਸ ਦੀ ਗੱਲ ਨਹੀਂ ਕਰਾਂਗੇ ਜਾਂ ਹੋਰ ਪਾਰਟੀਆਂ ਦੀ ਗੱਲ ਨਹੀਂ ਕਰਾਂਗੇ, ਅਸੀਂ ਗੱਲ ਕਰਾਂਗੇ ਕਿਸਾਨ ਜਥੇਬੰਦੀਆਂ। ਕਿਸਾਨ ਜਥੇਬੰਦੀਆਂ ਕਿਉਂ ਵਿਰੋਧ ਕਰ ਰਹੀਆਂ ਨੇ ਤੁਹਾਡੇ ਇਸ ਆਰਡੀਨੈਂਸ ਦਾ ਜੀ? ਉਹਨਾਂ ਨੂੰ ਦੇਖੋ ਗੁੰਮਰਾਹ ਕਰਤਾ ਡਰਾ ਤੇ। ਜੀ, ਜਿਹੜਾ ਜੱਟ ਹੈ ਨਾ, ਕਿਸਾਨ, ਜੱਟ ਦਾ ਮਤਲਬ ਕਿਸਾਨ, ਜੀ, ਕਿਸਾਨ ਦਾ ਮਤਲਬ ਜੱਟ, ਭਾਵੇਂ ਉਹ ਖੇਤੀਬਾੜੀ ਕਰਨ ਵਾਲਾ ਪੰਡਤ ਹੈ, ਭਾਵੇਂ ਖੱਤਰੀ ਹੈ, ਭਾਵੇਂ ਕੋਈ ਹੋਰ ਹੈ, ਉਹ ਜਿਹੜਾ ਖੇਤੀਬਾੜੀ ਕਰਦਾ ਉਹ ਜੱਟ ਹੈ। ਜੀ, ਜੱਟ ਨੂੰ ਭੋਲਾ ਗਿਣਿਆ ਗਿਆ। ਜੀ, ਤੋ ਸ਼ਹਿਰ ਚ ਆਇਆ ਲੋਕਾਂ ਨੇ ਭੁਲੋ ਲਿਆ, ਪੋਲੀਟੀਕਲ ਪਾਰਟੀਆਂ ਨੇ ਕਹੋ ਮਰ ਗਏ ਤੁਸੀਂ, ਮਰ ਗਏ ਮਰ ਗਏ ਮਰ ਗਏ। ਉਹ ਸਾਰਾ ਲੱਗਾ ਵੀ ਯਾਰ ਸਾਰੇ ਕਹਿ ਰਹੇ ਮਰ ਗਏ, ਤਾਂ ਮਾਰਤਾ ਸੰਤਾ। ਜੀ, ਉਹ ਜਦੋਂ ਇਹ ਫਸਲਾਂ ਚੱਕ ਹੋਣਗੀਆਂ 2022 ਤੋਂ ਪਹਿਲੇ 4 ਫਸਲਾਂ ਚੱਕ ਹੋਣੀਆਂ, ਜਦ 4 ਫਸਲਾਂ ਚੱਕ ਹੋਣਗੀਆਂ ਜਿਹੜਾ ਮਰ ਗਏ ਦਾ ਨਾਰਾ ਤਾਂ ਨਾ ਉਹ ਜੀਗੇ ਚ ਬਦਲ ਜਾਣਾ। ਜੀ, ਕਿਸਾਨਾਂ ਨੂੰ ਸਮਝ ਆ ਜਾਣਾ ਯਾਰ ਇਹ ਤਾਂ ਐਵੇਂ ਸਾਨੂੰ ਗੁੰਮਰਾਹ ਕਰਦਾ। MSP ਤੇ ਤਾਂ ਮਾਲ ਚੁੱਕਿਆ ਜਾ ਰਿਹਾ, ਆੜਤ ਦੇਖੋ ਜੀ, ਮੰਡੀਆਂ 'ਚ ਹੀ ਮਾਲ ਚੁੱਕਿਆ ਜਾਏਗਾ। ਇਹ ਜਿਹੜਾ ਆਰਡੀਨੈਂਸ ਨਾਲ ਬਾਹਰ ਮੰਡੀ ਲਾਉਣ ਦਾ ਫੈਸਲਾ ਸੀ ਉਹ ਕਾਂਗਰਸ ਦੇ ਆਪਣੇ ਮੈਨੀਫੈਸਟੋ ਦਿੱਤਾ ਹੋਇਆ। ਜੀ, ਕਾਂਗਰਸ ਨੇ ਅਮੈਂਡ ਕੀਤਾ ਕਾਨੂੰਨ ਜੀ, ਪੰਜਾਬ ਦੇ ਵਿੱਚ। ਉਹ ਅਸੀਂ ਇਸ ਕਰਕੇ ਕੀਤਾ ਹੈ ਵੀ ਮੰਡੀ ਦੇ ਵਿੱਚ ਕਿਸਾਨ ਨੂੰ ਅਗਰ ਕਿਸਾਨ ਦਾ MSP ਤੇ ਰੇਟ ਵਿਕਦਾ ਹੈ ਤਾਂ ਉਹਦੇ ਤੇ 14% ਟੈਕਸ ਲੱਗਦਾ ਹੈ। ਜੀ, ਅਗਰ ਕੋਈ ਬਾਹਰ ਦੀ ਕਾਰਪੋਰੇਸ਼ਨ ਆ ਕੇ ਖਰੀਦੇਗੀ, ਅਗਰ 100 ਰੁਪਏ ਦਾ ਮਾਲ ਹੈ ਤੇ 14 ਰੁਪਏ ਹੋਰ ਐਡ ਹੋ ਜਾਂਦੇ ਆ। ਜੀ, ਉਹ ਉੱਤੇ ਅਗਰ ਅਸੀਂ ਮੰਡੀ ਤੇ ਬਾਹਰ ਕੇ ਤੁਸੀਂ ਦਿਓ ਤਾਂ 14 ਰੁਪਏ ਦਾ ਟੈਕਸ ਨਹੀਂ ਲੱਗੇਗਾ। ਜੀ, ਉਹ 14 ਰੁਪਏ ਦੇ ਦਾ ਟੈਕਸ ਨਹੀਂ ਲੱਗੇਗਾ ਤਾਂ ਜਿਹੜਾ ਕਾਰਪੋਰੇਸ਼ਨ ਵਾਲਾ ਹੈ ਉਹ 100 ਰੁਪਏ ਦਾ ਮਾਲ 105 ਚ ਖਰੀਦੇਗਾ, 5 ਰੁਪਏ ਕਿਸਾਨ ਨੂੰ ਵੱਧਦਾ ਹੈ। ਨਹੀਂ ਉਹ ਤਾਂ ਕਹਿੰਦੇ ਟੈਕਸ ਤਾਂ ਖਰੀਦਦਾਰ ਤੇ ਲੱਗਦਾ ਵਾ, ਕਿਸਾਨ ਤੇ ਨਹੀਂ ਲੱਗਦਾ। ਮੇਰੀ ਸੁਣ ਲਓ ਗੱਲ ਜੀ, ਮੈਂ ਡਿਫਰੈਂਸ ਆਫ ਦੋ ਮੰਡੀਆਂ ਦੀ ਦੱਸ। ਜੀ, ਉਹ ਜਦ ਉਹਨੂੰ 100 ਰੁਪਏ ਦਾ ਮਾਲ ਉਹਨੂੰ 14 ਰੁਪਏ ਖਤਮ ਹੋ ਗਏ, ਮੈਂ ਖਰੀਦਦਾਰ ਦੀ ਉਹ ਗੱਲ ਕਰ ਜੀ, ਉਹ ਕਹੂਗਾ ਯਾਰ 100 ਦੇ 5 ਦੇ 105 ਦੇ ਦੋ, ਜੀ, 9 ਰੁਪਏ ਮੇਰੇ ਤਾਂ ਫਿਰ ਵੀ ਬਚ ਗਏ। ਜੀ, ਇਹਦੇ ਨਾਲ ਕਿਸਾਨ ਨੂੰ ਵੱਧ ਮਿਲਣ ਦੀ ਬਹੁਤ ਸੰਭਾਵਨਾ ਹੈ। ਜੀ, ਇਹ ਇਸ ਕਰਕੇ ਬਾਹਰ ਮੰਡੀ ਲਈ, ਜੇ ਮੰਡੀ ਦੇ ਵਿੱਚ ਮਾਲ ਵਿਕਦਾ ਫਿਰ ਤਾਂ ਉਹ ਟੈਕਸ ਨੂੰ ਦੇਣਾ ਪਊਗਾ। ਜੀ, ਸੋ ਉਹ ਜਿਹੜੀ ਮੰਡੀ ਲੱਗ ਰਹੀ ਆ ਉਹ ਐਗਜ਼ੈਂਪਟਡ ਹੈ ਫਰਮ ਟੈਕਸਸ। ਜੀ, ਉਹ ਐਗਰੀਕਲਚਰ ਮਾਰਕੀਟਿੰਗ ਜਿਹੜੀ ਐਕਟ ਹੈ
ਉਹਦੇ ਤਹਿਤ ਨਹੀਂ ਬਣੇਗੀ, ਉਹ ਨਵੇਂ ਐਕਟ ਦੇ ਤਹਿਤ ਬਣੇਗੀ। ਜੀ ਮਿੱਤਲ ਸਾਹਿਬ, ਤੁਸੀਂ ਗੱਲ ਕਰ ਰਹੇ ਹੋ ਭਾਵੇਂ ਉਹ ਕਿਸਾਨ ਜਥੇਬੰਦੀਆਂ, ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਆਰਡੀਨੈਂਸ ਪਾਸ ਹੋਏ ਨੂੰ, ਕਿਸਾਨ ਜਥੇਬੰਦੀਆਂ ਸੜਕਾਂ ਤੇ ਨੇ, ਭਾਵੇਂ ਕਿ ਵੱਖ-ਵੱਖ ਪਾਰਟੀਆਂ ਦਾ ਸਮਰਥਨ ਕਰ ਰਹੀਆਂ, ਕਿਤੇ ਪਾਰਟੀਆਂ ਦਾ ਵਿਰੋਧ ਵੀ ਹੋ ਰਿਹਾ ਵਾ, ਪਰ ਭਾਜਪਾ ਜਿਹੜੀ ਘਰਾਂ ਦੇ ਅੰਦਰ ਵੜ ਕੇ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਰਾਹੀਂ ਲੋਕਾਂ ਨੂੰ ਸਮਝਾ ਰਹੀ ਆ, ਲੋਕਾਂ ਦੇ ਵਿੱਚ ਕਿਉਂ ਨਹੀਂ ਜਾ ਰਹੀ ਭਾਜਪਾ? ਕੀ ਚੱਕਰ ਹੈ? ਦੇਖੋ, ਅਸੀਂ ਕਿਸਾਨਾਂ ਨਾਲ ਗੱਲ ਕਰ ਰਹੇ ਹਾਂ ਜੀ, ਅਸੀਂ ਉਹਨਾਂ ਦੇ ਧਰਨਿਆਂ 'ਚ ਜਾ ਕੇ ਗੱਲ ਕਰਾਂਗੇ, ਕੋਈ ਨਹੀਂ ਸੁਣੇਗਾ ਜੀ, ਕਿਉਂਕਿ ਦੇ ਆਰ ਚਾਰਜਡ, ਇੱਕ ਖਾਸ ਮੁੱਦੇ ਚਾਰਜ ਕੀਤੇ ਹੋਏ। ਉਹਨਾਂ 'ਚ ਕੁਝ ਲੋਕਾਂ ਨੂੰ ਮਿਲਾਂਗੇ, ਕੁਝ ਲੋਕਾਂ ਨੂੰ ਸਮਝਾਵਾਂਗੇ, ਉਹਨਾਂ ਨੂੰ ਗੱਲਬਾਤ ਕਰਨ ਵਾਸਤੇ ਕਹਾਂਗਾ ਵੀ ਆਓ ਤੁਸੀਂ ਟੇਬਲ ਤੇ ਬੈਠੋ, ਤੁਹਾਨੂੰ ਅਸੀਂ ਤਸੱਲੀ ਕਰਾਂਗੇ। ਜੀ, ਸਾਡੇ ਐਗਰੀਕਲਚਰ ਮਿਨਿਸਟਰ ਨੇ ਵੀ ਕਿਹਾ, ਪ੍ਰਧਾਨ ਮੰਤਰੀ ਨੇ ਪੰਜਾਬੀ ਟਵੀਟ ਕਰਕੇ ਕਿਹਾ ਵੀ ਕੋਈ ਮੰਡੀ ਖਤਮ ਨਹੀਂ ਹੋ ਰਹੀ, ਕੋਈ ਤੁਹਾਡਾ MSP ਨਹੀਂ ਖਤਮ ਹੋ ਰਿਹਾ। ਜਦੋਂ ਸਾਹਮਣੇ ਬਹਿ ਕੇ ਟੇਬਲ ਤੇ ਗੱਲ ਕਰਨਗੇ, ਆਪੇ ਵਿਸ਼ਵਾਸ ਜਿਹੜਾ ਹੈ ਕਾਇਮ ਹੋ ਜਾਏਗਾ। ਉਹ ਸਮਝ ਜਾਣਗੇ ਜਦੋਂ ਇਹ 4 ਫਸਲਾਂ ਚੱਕਣ, ਤਬ ਤੱਕ ਤਾਂ ਵੈਸੇ ਹੀ ਰੋਸ਼ਨੀ ਆ ਜਾਏਗੀ, ਸਾਰੀ ਗੱਲ ਕਲੀਅਰ ਹੋ ਜਾਏਗੀ। ਜੀ, ਸੋ ਐਸਾ ਨਹੀਂ ਹੋਏਗਾ। ਸੋ ਕਿਸਾਨ ਨੂੰ ਸਿਰਫ ਸਮਝਾਉਣ ਦੀ ਲੋੜ ਹੈ, ਉਹ ਸਮਝ ਜਾਏਗਾ। ਹਾਲੇ ਇੱਕ ਪੱਖ ਦੀ ਗੱਲ ਸੁਣੀ ਸੀ, ਹੁਣ ਜਦ ਦੂਜੀ ਪੱਖ ਦੀ ਗੱਲ ਸੁਣੂਗਾ ਤਾਂ ਮਿੱਤਲ ਸਾਹਿਬ, ਇੱਕ ਬਹੁਤ ਅਹਿਮ ਸਵਾਲ ਹੈ। ਤੁਸੀਂ ਗੱਲ ਕਰ ਰਹੇ ਹੋ ਵੀ 22 ਤੱਕ 4 ਫਸਲਾਂ ਚੱਕੀਆਂ ਜਾਣਗੀਆਂ ਤੇ ਵਾਧੂ ਰੇਟ ਮਿਲੇਗਾ, ਕਿਸਾਨ ਖੁਸ਼ ਹੋ ਜਾਏਗਾ, ਮੰਨਣਯੋਗ ਹੈ ਵੀ ਖੁਸ਼ ਹੋ ਜਾਏਗਾ ਕਿਸਾਨ। ਜੀਓ ਦਾ ਸਿਮ ਆਇਆ ਸੀ ਅੱਜ ਤੋਂ ਸਾਲ 1.5 ਸਾਲ ਪਹਿਲਾਂ। ਜੀਓ ਦਾ ਸਿਮ, ਕਿਸ ਕੰਪਨੀ ਦਾ, ਆਪਾਂ ਉਸ ਕੰਪਨੀ ਦਾ ਨਾਮ ਨਹੀਂ ਲਵਾਂਗੇ, ਉਹਨਾਂ ਨੇ ਫ੍ਰੀ ਦੇ ਭਾਅ ਸਾਰਿਆਂ ਨੂੰ ਵੰਡਿਆ, ਮੋਬਾਈਲ ਵੀ ਦੇਤੇ, ਡਾਟਾ ਵੀ ਦਿੱਤਾ, ਫ੍ਰੀ ਕਾਲਿੰਗ ਵੀ ਦਿੱਤੀ। ਅੱਜ ਉਹ ਜੀਓ ਦੇ ਸਿਮ ਦਾ ਹਾਲ ਦੇਖ ਲਓ ਕੀ ਆ, ਮਹਿੰਗੇ ਪੈਕ ਕਰਤੇ, ਲੋਕਾਂ ਨੂੰ ਆਦਤ ਪੈ ਗਈ। ਸੋ ਇਸ ਆਰਡੀਨੈਂਸ ਦੇ ਵਿੱਚ ਵੀ ਕਿਸਾਨ ਇਹ ਕਹਿੰਦੇ ਇਹੀ ਚੀਜ਼ ਹੈ, 4 ਫਸਲਾਂ ਸਾਡੀਆਂ ਵਧੀਆ ਚੱਕੀਆਂ ਜਾਣਗੀਆਂ, ਵਧੀਆ ਰੇਟ ਤੇ ਦਿੱਤੀਆਂ ਜਾਣਗੀਆਂ। ਪਰ ਜਦੋਂ ਸਾਡੀ 5ਵੀਂ ਫਸਲ ਜਦੋਂ ਦੇਖਿਆ ਵੀ ਬਾਹਰ ਕਿਸਾਨ ਆਦਤ ਪੈ ਗਈ ਵੀ ਹਾਂ ਯਾਰ ਬਾਹਰ 5, ਜਿਵੇਂ ਤੁਸੀਂ ਕਿਹਾ ਵੀ 105 100 ਦੀ ਬਜਾਏ 105 ਦੀ ਵਿਕੂਆ, ਜਦੋਂ ਉਹਨੂੰ 5 ਵਾਲੀ ਆਦਤ ਪੈ ਗਈ ਤਾਂ ਮੰਡੀਆਂ ਦੇ ਆਟੋਮੈਟਿਕਲੀ ਤਾਲੇ ਲੱਗ ਜਾਣਗੇ, ਤਾਂ ਉਹ ਉਹਨਾਂ ਤੇ ਡਿਪੈਂਡ ਹੋ ਜਾਣਗੇ ਵਪਾਰੀਆਂ ਦੇ ਉੱਤੇ। ਉਸ ਤੋਂ ਬਾਅਦ ਰੇਟ ਘਟਾਇਆ ਜਾਏਗਾ। ਤਾਲੇ ਮੰਡੀਆਂ ਤੇ ਨਹੀਂ ਲੱਗਣੇ ਜੀ, ਤਾਲੇ ਕਾਂਗਰਸ ਔਰ ਆਪ ਪਾਰਟੀ ਨੇ ਜਿਹੜਾ ਗੁੰਮਰਾਹ ਕਰਕੇ ਪ੍ਰਚਾਰ ਕੀਤਾ, ਉਹਨਾਂ ਦੀ ਦੁਕਾਨ ਨੂੰ ਲੱਗਣੇ ਜੀ। ਉਹਦਾ ਕਾਰਨ ਇਹ ਹੈ ਕਿ ਤੁਸੀਂ ਮੈਨੂੰ ਦੱਸੋ ਵੀ ਜਿੰਨਾ ਅਨਾਜ ਪੈਦਾ ਹੋ ਰਿਹਾ ਜੀ, ਕਿਹੜੀ ਕਾਰਪੋਰੇਸ਼ਨ ਜਿਹੜਾ ਸਾਰਾ ਅਨਾਜ ਲੈ ਕੇ ਸਟਾਕ ਕਰ ਲੇਗੀ ਜੀ? ਸਰਕਾਰ ਤੋਂ ਤਾਂ ਹੁੰਦਾ ਨਹੀਂ ਸਾਰਾ। ਸਰਕਾਰ ਕੋਲ ਤਾਂ ਸਾਰਿਆਂ ਵਾਸਤੇ ਗੋਡਾਊਨ ਨਹੀਂ ਹੈ ਜੀ। ਮੈਂ 97 ਤੋਂ 2002 ਤੱਕ ਫੂਡ ਮਿਨਿਸਟਰ ਸੀ, ਮੈਨੂੰ ਪਤਾ ਵੀ ਅਸੀਂ ਸਟਾਕ ਕਰਨ ਵਾਸਤੇ ਕਿਵੇਂ ਗੋਡਾਊਨ ਬਣਵਾਏ, ਉਹਨਾਂ ਨੂੰ ਕਿਰਾਏ ਤੇ ਦਿੱਤਾ, ਲੋਕਾਂ ਨੇ ਆਪਣੀ ਜ਼ਮੀਨ 'ਚ ਬਣਾ ਕੇ, ਉਹਦੇ ਵਾਸਤੇ ਸੜਕ ਵੀ ਚਾਹੀਦੀ, ਉੱਥੇ ਟਰਾਲਾ ਜਾਣ ਵਾਸਤੇ ਜਗ੍ਹਾ ਵੀ ਚਾਹੀਦੀ, ਉਹ ਸਾਰੇ ਕਿਵੇਂ ਉਹਨਾਂ ਨੇ ਬਣਾ ਗੋਡਾਊਨ ਦਿੱਤੇ ਜੀ, ਔਰ ਕਿਵੇਂ ਉਹਨਾਂ ਨੂੰ ਕਿਰਾਇਆ ਦੇ ਰਹੇ ਹੈ। ਉੱਥੇ ਬਾਵਜੂਦ ਵੀ ਸਾਰਾ ਅਨਾਜ ਗੋਡਾਊਨ 'ਚ ਨਹੀਂ ਲੱਗ ਰਿਹਾ ਜੀ। ਤੇ ਪ੍ਰਾਈਵੇਟ ਕੰਪਨੀ ਕਿਹੜੀ ਲਾ ਦੇਗੀ, ਐਡੀ ਵੱਡੀ ਕਿਹੜੀ ਕੰਪਨੀ ਇੱਥੇ ਜੀ? ਔਰ ਪੰਜਾਬ ਸਰਕਾਰ ਖਰੀਦ ਕੇ ਦਿਖਾ ਦੇਵੇ। ਜੇ ਜ਼ਿਆਦਾ ਇਹ ਤਨੇ ਅਸੀਂ ਕਿਸਾਨ ਦੇ ਹੱਕਦਾਰ ਹੈ, ਆ ਜਿਹੜੀ ਮੱਕੀ ਤੇ ਕਪਾਹ ਘੱਟ ਰੇਟ ਤੇ ਵੀਰ ਕਿਉਂ ਨਹੀਂ ਖਰੀਦ ਕੇ ਸਟਾਕ ਕਰਦੇ? ਇਹੀ ਕਿਸਾਨਾਂ ਦਾ ਸਵਾਲ ਹੈ ਵੀ MSP ਦੀ ਗੱਲ, ਜੇ ਆਰਡੀਨੈਂਸ ਐਡਾ ਇੰਨੇ ਪੇਜਾਂ ਦਾ ਆਰਡੀਨੈਂਸ ਬਣਾਤਾ ਤੇ MSP ਰੇਟ ਤੈਅ ਹੋਣਾ ਚਾਹੀਦਾ ਸੀ। ਜਿਹੜਾ ਐਕਟ ਹੈ MSP ਰੇਟ ਤਾਂ ਬਹੁਤ ਸਾਰੇ ਜਿੰਸਾਂ ਦਾ ਹੈ ਜੀ, 23 ਜਿੰਸਾਂ ਦਾ ਹੈਗਾ ਜੀ। ਉਹਦੇ ਕਪਾਹ ਦਾ ਵੀ ਹੈ, ਮੱਕੀ ਦਾ ਵੀ ਹੈ, ਬਾਕੀ ਹਰ ਚੀਜ਼ ਦਾ ਜੀ ਬਿਲਕੁਲ। ਲੇਕਿਨ ਜਿਹੜੀ ਪ੍ਰੋਕਿਉਰਮੈਂਟ ਕਰਨ ਦੀ ਪਾਲਿਸੀ ਹੈ ਜੀ, ਜਿਹੜੀ ਵੀ ਸਰਕਾਰ ਪ੍ਰੋਕਿਉਰ ਕਰੇਗੀ, ਉਹ 2 ਆਈਟਮ ਹੈ ਪੰਜਾਬ 'ਚ, ਇੱਕ ਧਾਨ, ਇੱਕ ਕਣਕ ਜੀ। ਔਰ ਉਹ ਵੀ ਇੰਨੀ ਬਹੁਤਾਤ 'ਚ ਹੈ ਕਿ ਉਹ ਬੜੀ ਮੁਸ਼ਕਲ ਤੇ ਸਟਾਕ ਹੁੰਦੀ ਹੈ। ਤੇ ਕੋ ਧਾਨ ਰਾਈਟ ਸਾਈਡ 'ਚ ਸਟਾਕ ਹੋ ਜਾਂਦੀ ਹੈ, ਕਣਕ ਗੋਡਾਊਨ 'ਚ ਜਾਣ ਦੇ ਬਾਵਜੂਦ ਵੀ ਇੰਨੀ ਮੂਵਮੈਂਟ ਵੀ ਹੁੰਦੀ ਹੈ, ਫਿਰ ਵੀ ਪਲੈਂਥਾਂ ਬਾਹਰ ਬਣਾ ਕੇ ਲਾਈਦੀ ਹੈ ਜੀ। ਸੋ ਇਸ ਕਰਕੇ ਉਹਦੇ ਕਰਕੇ ਅਨਾਜ ਵੇਸਟ ਵੀ ਹੁੰਦਾ। ਸੋ ਇਹ ਸਾਰਾ ਇੰਤਜ਼ਾਮ ਜਿਹੜਾ ਕੀਤਾ ਜਾਂਦਾ, ਜਿਹੜਾ ਫੂਡ ਮਿਨਿਸਟਰ ਹੈ, ਉਹਦੀ ਤਾਂ ਨਾਸ ਵਜਾ ਹੁੰਦਾ ਜਦੋਂ ਪ੍ਰੋਕਿਉਰਮੈਂਟ ਹੁੰਦੀ ਹੈ ਜੀ। ਮੈਂ ਤਾਂ ਮੰਡੀਆਂ ਵਿਜ਼ਿਟ ਕਰਦਾ, ਮੈਨੂੰ ਪਤਾ ਜੀ। ਮੈਂ ਜਾ ਕੇ ਉੱਥੇ ਜਦੋਂ ਵੀ ਜਾਂਦਾ ਤਾਂ ਸਭ ਤੋਂ ਪਹਿਲੇ ਕਿਸਾਨ ਇਕੱਠੇ ਕਰਦਾ ਤਾਂ ਜੀ, ਉਹਨਾਂ ਦੀ ਗੱਲ ਸੁਣਦਾ ਵੀ ਦੱਸੋ ਵੀ ਤੁਹਾਡੀ ਕੀ ਤਕਲੀਫ ਹੈ ਜੀ। ਆਪਣੇ ਆਪ ਕਿਸਾਨ ਗੱਲ ਕਰੇ, ਕੋਈ ਕਹਿੰਦੇ ਮੈਨੇ ਦਿਨ ਦਾ ਬੈਠਾ, ਮੇਰਾ ਮਾਲ ਨਹੀਂ ਚੱਕ ਹੋਇਆ, ਮੇਰਾ ਨਹੀਂ ਹੋਇਆ, ਮੇਰਾ ਨਹੀਂ ਹੋਇਆ। ਫਿਰ ਉਸ ਤੋਂ ਬਾਅਦ ਆੜਤੀਆਂ ਦੀ ਸੁਣਦਾ ਤਾਂ, ਰਾਈਟ ਸਾਈਡ ਵਾਲਿਆਂ ਦੀ ਸੁਣਦਾ ਤਾਂ ਧਾਨ ਦੇ ਵੇਲੇ, ਫਿਰ ਅਫਸਰ ਨੂੰ ਬਿਠਾਉਂਦਾ ਤਾਂ ਜੀ। ਅਖੀਰ ਦੇ ਵਿੱਚ ਜਦੋਂ ਮੰਡੀ ਦੀ ਵਿਜ਼ਿਟ ਸਾਰੀ ਹੋ ਗਈ, ਅਖੀਰ ਫਿਰ ਅਫਸਰਾਂ ਨੂੰ ਬਿਠਾਉਂਦਾ ਤਾਂ ਵੀ ਦੇਖੋ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਆਈਆਂ, ਇਹ ਅਗਲੀ ਵਾਰ ਮੈਂ ਇੱਥੇ ਆਵੇਂ ਸ਼ਿਕਾਇਤ ਨਹੀਂ ਆਉਣੀ ਚਾਹੀਦੀ, ਤੁਸੀਂ ਇਹਨੂੰ ਸੈਟੀਸਫਾਈ ਕਰੋ ਜੀ। ਫਿਰ ਜਿਹੜਾ ਕਿਸਾਨ ਕਹਿੰਦਾ ਮੈਂ ਜੀ ਇੰਨੇ ਦਿਨ ਦਾ ਬੈਠਾ, ਮੈਂ ਉਹਦੀ ਢੇਰ ਤੇ ਜਾਂਦਾ ਤਾਂ ਜੀ, ਜਿਹੜਾ ਉਹਦਾ ਢੇਰ ਲੱਗਿਆ ਹੁੰਦਾ ਤਾਂ ਫਸਲ ਦਾ ਦੇਖਦਾ ਤਾਂ ਜਾ ਕੇ ਜੀ। ਔਰ ਮੈਂ ਵਿੱਚ ਹੱਥ ਮਾਰ ਕੇ ਦੇਖਦਾ ਤਾਂ, ਮੈਨੂੰ ਲੱਗਦਾ ਵੀ ਹਾਲੇ ਵੀ ਮੋਇਸਚਰ ਹੁੰਦੀ ਸੀ ਜੀ ਬਿਲਕੁਲ, ਕਿਤੇ ਡਿਸਕਲਰ ਹੋ ਗਿਆ, ਕਿਤੇ ਕੁਝ ਹੋ ਗਿਆ। ਉਹ ਫਿਰ ਮੈਂ ਆੜਤੀ ਨੂੰ ਕਹਿੰਦਾ ਜਿਹਦੇ ਫੜ ਤੇ ਲੱਗਿਆ ਹੁੰਦਾ ਵੀ ਯਾਰ ਇਹਦੇ 4 ਪੱਕੇ ਹੋਰ ਲਵਾ ਜੀ, 4 ਪੱਕੇ ਲਵਾ ਕੇ ਇਹਨੂੰ ਚੁਕਾ, ਇਹਨੂੰ
ਇਹਦਾ ਜੇ ਪੱਕੇ ਨਹੀਂ ਲੱਗਣਗੇ ਨੇ ਮਾਲ ਗਿੱਲੇ ਦੀ ਸੁੱਕ ਜਾਣੀ ਨਹੀਂ। ਸੋ ਇਸ ਕਰਕੇ ਇਹ ਉਹ ਕਹਿੰਦਾ ਮੈਨੂੰ ਐਮਐਸਪੀ ਨਹੀਂ ਮਿਲ ਰਹੀ, ਮੈਂ ਮਰ ਗਿਆ ਜੀ, ਮੈਂ ਤਾਂ ਲੁੱਟ ਲਿਆ ਜੀ। ਨਾ ਕੋਈ ਲੁੱਟਦਾ ਨਾ ਕੋਈ ਤਕਲੀਫ ਹੁੰਦੀ ਹੈ, ਸਿਰਫ ਪਰਸਨਲ ਕਮਿਊਨੀਕੇਸ਼ਨ, ਪਰਸਨਲ ਬਿਹੇਵੀਅਰ ਔਰ ਉਹਨੂੰ ਸਮਝਾ ਕੇ ਤੁਸੀਂ ਜੋ ਕਰ ਲਓ ਕਿਸਾਨ ਖੁਸ਼ ਹੋ ਜਾਂਦਾ। ਮਿੱਤਲ ਸਾਹਿਬ, ਮੋਦੀ ਸਾਹਿਬ ਕਹਿੰਦੇ ਨੇ ਵੀ ਸਾਡਾ ਸੰਵਿਧਾਨ ਦੀ ਗੱਲ ਕਰਦੇ ਨੇ, ਸੰਵਿਧਾਨ ਨੂੰ ਚੰਗੀ ਤਰ੍ਹਾਂ ਲਾਗੂ ਕੀਤਾ ਜਾਵੇ, ਉਹਦੀ ਮਜ਼ਬੂਤੀ ਦੀ ਗੱਲ ਕਰਦੇ ਨੇ। ਦੇਖੋ ਬਿੱਲ ਹੱਕ ਦੇ ਵਿੱਚ ਹੈਗਾ, ਕਿਸਾਨਾਂ ਦੇ ਜਾਂ ਵਿਰੋਧ ਦੇ ਵਿੱਚ ਹੈਗਾ, ਇਹ ਫੈਸਲਾ ਕਿਸਾਨ ਕਰਨਗੇ ਜਾਂ ਬੀਜੇਪੀ ਕਰੇਗੀ, ਸਰਕਾਰ ਇਹ ਉਹਨਾਂ ਦਾ ਕੰਮ ਹੈਗਾ ਵਾ। ਇੱਕ ਲੋਕਤੰਤਰ ਇੱਕ ਸਾਡਾ ਹੱਕ ਹੈਗਾ ਵਾ ਵੀ ਅਸੀਂ ਉਹਦਾ ਵਿਰੋਧ ਕਰ ਸਕੀਏ। ਜਦੋਂ ਕਿਸਾਨ ਦਿੱਲੀ ਜਾ ਰਹੇ ਨੇ ਆਪਣਾ ਪ੍ਰੋਟੈਸਟ ਕਰਨ ਵਾਸਤੇ, ਤਾਂ ਹਰਿਆਣੇ ਦਾ ਕੀ ਹੱਕ ਬਣਦਾ ਉਹ ਪੰਜਾਬ ਦੇ ਕਿਸਾਨਾਂ ਨੂੰ ਜਾਂ ਪੰਜਾਬ ਦੀ ਰਾਜਨੀਤਿਕ ਪਾਰਟੀ ਨੂੰ ਉਹ ਉੱਥੋਂ ਰੋਕ ਕੇ ਲਾਠੀਚਾਰਜ ਕਰਕੇ ਵਾਪਸ ਮੋੜੇ। ਉਹਨਾਂ ਨੇ ਰੋਕਿਆ ਕਿਉਂ ਰੋਕਿਆ, ਇਹਦਾ ਜਵਾਬ ਤਾਂ ਦੋਗੇ ਹਰਿਆਣਾ ਸਰਕਾਰ ਜੀ। ਮੈਂ ਤਾਂ ਰੋਕਿਆ ਨਹੀਂ, ਤੁਸੀਂ ਉਸ ਚੀਜ਼ ਦੇ ਹੱਕ 'ਚ ਹੈਗੇ ਹੋ ਜੀ। ਨਹੀਂ, ਮੈਂ ਜਿਹੜੀ ਗੱਲ ਕਹਿ ਰਿਹਾ ਨਾ ਵੀ ਕਿਉਂ ਉੱਥੇ ਹੋਇਆ, ਇਹਦਾ ਜਵਾਬ ਤਾਂ ਹਰਿਆਣਾ ਸਰਕਾਰ ਦਊਗੀ ਜੀ। ਮੈਂ ਉਹਨਾਂ ਦੇ ਤਰਫ ਤੋਂ ਨਹੀਂ ਬੋਲ ਸਕਦਾ ਜੀ। ਪਰ ਮੈਂ ਜਿੱਥੇ ਤੱਕ ਪ੍ਰਦਰਸ਼ਨ ਕਰਨ ਦਾ ਰਾਈਟ ਹੈ ਜੀ, ਜਿੱਥੇ ਤੱਕ ਆਪਣੀ ਗੱਲ ਰੱਖਣ ਦਾ ਰਾਈਟ ਹੈ, ਬੋਲਣ ਦਾ ਹੱਕ ਹੈ, ਉਹਦੇ ਤੇ ਨਾ ਮੋਦੀ ਸਾਹਿਬ ਰੋਕਦੇ ਆ, ਨਾ ਵਿਧਾਨ ਰੋਕਦਾ ਜੀ, ਨਾ ਭਾਰਤੀ ਜਨਤਾ ਪਾਰਟੀ ਰੋਕਦੀ ਹੈ ਜੀ, ਨਾ ਸਾਡੀ ਪਾਰਟੀ ਰੋਕਦੀ ਹੈ ਜੀ। ਇਹ ਤਾਂ ਮੌਕੇ ਤੇ ਜਿਹੜੇ ਅਫਸਰ ਹੈ ਉਹਨਾਂ ਨੇ ਨਿਰਣਾ ਲੈਣਾ ਜੀ। ਕਈ ਵਾਰ ਵਾਇਲੈਂਟ ਹੁੰਦਾ ਲੱਗਦਾ ਉਹ ਆਪਣਾ ਫੈਸਲਾ ਲੈਂਦੇ ਆ ਜੀ, ਲੇਕਿਨ ਜਿਹੜੇ ਹਰ ਗੱਲ ਦੇ ਉੱਤੇ ਐਜੀਟੇਸ਼ਨ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਹਰ ਗੱਲ ਤੇ ਤੁਸੀਂ ਤੁਰ ਪਓ ਜੀ। ਪਹਿਲੇ ਚਰਚਾ ਕਰੋ ਬੈਠ ਕੇ ਜੀ। ਹੁਣ ਉਹ ਕਹਿ ਰਹੇ ਵੀ ਆ ਜਾਓ ਤੁਸੀਂ ਗੱਲ ਕਰ ਲਓ, ਆਪਣੀ ਤਸੱਲੀ ਕਰ ਲਓ। ਚਰਚਾ ਤਾਂ ਪਾਰਲੀਮੈਂਟ 'ਚ ਹੋਣੀ ਸੀ, ਉੱਥੇ ਦਾ ਪਾਰਲੀਮੈਂਟ ਹੋਣੀ, ਸਭ ਨੇ ਆਪਣੀ ਗੱਲ ਕਰ ਲਈ ਜੀ। ਉੱਥੇ VOTING ਵੀ ਨਹੀਂ ਨਾ ਹੋਈ ਹੈਗੀ। ਨਹੀਂ VOTING ਹੁੰਦੀ ਹੈ, ਗਲਤ ਕਹਿ ਰਹੇ ਹੈ, ਇਹ ਝੂਠ ਬੋਲਦੇ ਹੈ ਜੀ। VOTING ਹੋਈ ਹੈ ਜੀ। ਨਹੀਂ, ਵਰਬਲੀ ਹੋਈ ਹੈ ਨਾ VOTING, ਵਰਬਲੀ ਨਹੀਂ ਹੋਈ, ਉਹ ਵਰਬ ਉਹੀ VOTING ਹੁੰਦੀ ਹੈ ਜੀ। ਜਦੋਂ ਉੱਤੇ ਬਿੱਲ ਪੇਸ਼ ਹੋਇਆ ਪਹਿਲੇ ਸਭ ਨੇ ਆਪਣੇ ਵਿਚਾਰ ਰੱਖੇ, ਜਿੰਨੀਆਂ ਗਾਲਾਂ ਕੱਢਣੀਆਂ ਨੇ ਕੱਢ ਲਈਆਂ ਜੀ। ਉਹਦੇ ਬਾਅਦ ਉਹਨਾਂ ਨੇ VOTING ਵਾਸਤੇ ਕੀਤਾ ਵਾਇਸ ਵੋਟ ਨਾਲ ਜੀ। ਤੁਸੀਂ ਮੈਨੂੰ ਦੱਸੋ, ਵਾਇਸ ਵੋਟ ਨਾਲ ਤਾਂ ਪਾਸੇ ਹੋਣਾ ਤਾਂ ਬਿੱਲ 50 ਬੰਦੇ ਕਾਂਗਰਸ ਦੇ ਸਾਰੇ ਮਿਲਾ ਕੇ ਕਿੱਥੇ NDA ਦੀ ਐਡੀ ਵੱਡੀ ਗਿਣਤੀ ਤੇ 50 ਕੀ ਕਰਨਗੇ ਜੀ। ਵਾਇਸ ਵੋਟ ਨਾਲ ਪਾਸ ਹੋ ਗਿਆ ਜੀ, ਵਾਇਸ ਵੋਟ ਨਾਲ ਰਾਜ ਸਭਾ 'ਚ ਪਾਸ ਹੋ ਗਿਆ ਜੀ। ਪਰ ਉੱਥੇ ਇਹ ਅਧਿਕਾਰ ਤਾਂ ਨਹੀਂ ਹੈ ਜਿਹੜਾ ਰਾਜ ਸਭਾ ਤੁਸੀਂ ਨਹੀਂ ਜਾ ਸਕਦੇ, ਮੈਂ ਨਹੀਂ ਜਾ ਸਕਦਾ ਜੀ। ਰਾਜ ਸਭਾ ਦੇ ਉਸ ਹਿੱਸੇ 'ਚ ਕੁਰਸੀਆਂ ਤੇ ਬੈਠੇਗਾ ਕੌਣ? ਜਿਹੜਾ ਰਾਜ ਸਭਾ ਦਾ ਮੈਂਬਰ ਹੈ। ਬਿਲਕੁਲ, ਰਾਜ ਸਭਾ ਦੇ ਜਿਹੜੇ ਚੰਗੇ ਸਿਆਣੇ ਮੈਂਬਰ ਤੇ ਇਹਨੂੰ ਹਾਊਸ ਆਫ ਦੀ ਐਲਡਰ ਕਹਿੰਦੇ ਆ, ਸਮਝਦਾਰ ਲੋਕਾਂ ਦਾ ਜੀ ਜੀ। ਉਹ ਜਿਹੜੇ ਲੀਡਰ ਤੋਂ ਚੱਕ ਕੇ ਜਿਹੜਾ ਉੱਥੇ ਹੱਥੋਂ ਪਾਈ ਉੱਥੇ ਪ੍ਰਜ਼ਾਈਡ ਕਰ ਰਿਹਾ ਤਾਂ ਉਹ ਹਮਲਾ ਕਰਨ ਚਲਾ ਗਿਆ ਜੀ। ਇਹ ਲਿਬਰਟੀ ਤਾਂ ਵਿਧਾਨ 'ਚ ਨਹੀਂ ਲਿਖੀ ਹੋਈ ਜੀ, ਇਹ ਤਾਂ ਰੂਲ 'ਚ ਨਹੀਂ ਲਿਖੀ ਹੋਈ ਵੀ ਜਾ ਕੇ ਇੱਕ ਮੈਂਬਰ ਉੱਠ ਕੇ ਉਹਦੀ ਹਮਲਾ ਕਰਨ ਵਾਸਤੇ। ਇਹੀ ਮੰਗ ਸੀ ਵੀ VOTING ਜਿਹੜੀ ਦੂਜੇ ਢੰਗ ਨਾਲ ਕਰਾਈ ਜਾਵੇ। ਉਹਨਾਂ ਦੀ ਮੰਗ ਕਿਆ ਥੀ, ਮੈਂ ਉਹਦੇ ਜਾਂਦਾ ਇਹ ਜੇ ਮੰਗ ਦੇ ਨਹੀਂ ਮੰਨੇਗੀ ਜੀ, ਜੇ ਮੈਜੋਰਟੀ ਨੇ ਕਿਹਾ ਜੀ ਪਾਸ ਕਰ ਦੋ ਤਾਂ ਉਹਨੂੰ ਇਹ ਹੱਕ ਹੈ ਵੀ ਜਾ ਕੇ ਸਪੀਕਰ ਦਾ ਜਾਂ ਜਿਹੜਾ ਪ੍ਰੈਜ਼ਾਈਡ ਕਰ ਰਿਹਾ ਚੇਅਰ ਵਾਈਸ ਚੇਅਰਮੈਨ ਉਹਦੀ ਗਰਦਨ ਪੜ ਲਵੇ ਜੀ। ਕਿੱਥੇ ਲਿਖਿਆ ਹੈ, ਕਿਹੜੇ ਕਾਨੂੰਨ 'ਚ ਲਿਖਿਆ? ਮੈਂ ਵੀ ਇੰਨੇ ਸਾਲ ਵਿਧਾਇਕ ਰਿਹਾ ਜੀ। ऐसा नहीं हो सकता, उन्हें अपनी आवाज़ उठानी थी, उठा ली जी। वो कहते भी ठीक है मेजोरिटी का व्यू है भी तुम पास करो जी। वाइस वोट ना पास हो गया जी। जाके किताब फाड़ रहे हो उत्ते सुट रहे हैं, ये कितने लिखा है माइक तोड़ दो, कितने लिखा है? कौन तोड़ सकता है माइक? विधानसभा च या राज्यसभा च या लोकसभा जी। इस तरह का सीन क्रिएट करना ਉਹ ਬੰਗਾਲ ਦੇ ਵਿੱਚ ਜੋ ਕੁਝ ਮਮਤਾ ਬੈਨਰਜੀ ਕਰ ਰਹੀ ਹੈ ਜੀ, ਉਹੀ ਉਹਦਾ ਮੈਂਬਰ ਉੱਥੇ ਖੜਾ ਹੋ ਗਿਆ ਕਰਨ ਵਾਸਤੇ। ਅਖੀਰ ਦਾ ਸਵਾਲ ਲਵਾਂਗਾ ਮਿੱਤਲ ਸਾਹਿਬ, ਇਹ ਜਿਹੜਾ ਅਸਰ ਹੈ ਆਰਡੀਨੈਂਸ ਦਾ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਤੁਸੀਂ ਬੀਜੇਪੀ ਵੱਲੋਂ ਕਮਾਨ ਸੰਭਾਲੀ ਹੋਈ ਹੈ, ਜਾਂ ਨਾ ਤਾਂ ਪੰਜਾਬ ਬੀਜੇਪੀ ਦੇ ਪ੍ਰਧਾਨ ਇਸ ਮਾਮਲੇ ਦੇ ਹਾਲੇ ਤੱਕ ਸਾਹਮਣੇ ਆਏ ਨੇ, ਤੇ ਨਾ ਬੀਜੇਪੀ ਦਾ ਹੋਰ ਕੋਈ ਵੱਡਾ ਲੀਡਰ ਹੈ, ਭਾਵੇਂ ਉਹ ਸਰਕਾਰ ਦੇ ਵਿੱਚ ਉੱਚ ਅਹੁਦਿਆਂ ਤੇ ਰਹੇ ਨੇ, ਇਕੱਲੇ ਮਿੱਤਲ ਸਾਹਿਬ ਨੇ ਮੋਰਚਾ ਸੰਭਾਲਿਆ। ਇਹਦਾ ਕੀ ਕਾਰਨ ਹੈ ਜੀ? ਨਹੀਂ, ਐਸਾ ਨਹੀਂ ਹੈ ਜੀ, ਸਾਡੇ ਬਾਕੀ ਮੈਂਬਰ ਹੀ ਬੋਲ ਰਹੇ ਹੈ, ਸਾਰਿਆਂ ਦੇ ਬਿਆਨ ਹੈ, ਕਾਲੀ ਸਾਹਿਬ ਦਾ ਬਿਆਨ ਹੈ, ਮਾਸਟਰ ਮੋਹਨ ਲਾਲ ਦਾ ਹੈ ਜੀ, ਸਾਡੇ ਪ੍ਰਧਾਨ ਦਾ ਬਿਆਨ ਵੀ ਹੈ, ਹੋਰ ਵੀ ਅਹੁਦੇਦਾਰਾਂ ਦੇ ਬਿਆਨ ਆਏ ਹੈ। ਇਹ ਹੁੰਦਾ ਵੀ ਕਿਸੇ ਦਾ ਜ਼ਿਆਦਾ ਛਪ ਗਿਆ, ਕਿਸੇ ਦਾ ਘੱਟ ਛਪ ਗਿਆ, ਲੇਕਿਨ सारी पार्टी जो मैं भी बोल रहा है वो मेरे कल्ले दे विचार नहीं, पार्टी चर्चा होकर ही विचार आते हैं जी। कोई प्लान प्रोग्राम बनाया उलीकिया किसानों के विच जान दा भाजपा पंजाब भाजपा ने खास तौर पे जी? वो साडी तो बदकिस्मती है भी, ये जिम्मेदारी तो लत्ती थी अकाली पार्टी ने भी असी जावांगे, वो जाने जाते दिल्ली तो पढ़ के इत्थे रुक गए जी।
ਸਾਡੇ ਵਕੀਲ ਬਣੇ ਤੇ ਵਕੀਲ ਹਟ ਗਿਆ ਪਿੱਛੇ। ਜੀ ਹੁਣ ਤੁਸੀਂ ਕੋਈ ਨਵਾਂ ਵਕੀਲ ਲੱਭੋਗੇ ਜਾਂ ਆਪ ਵਕੀਲ ਨਹੀਂ, ਨਵਾਂ ਵਕੀਲ ਬਣਨਾ ਅਸੀਂ ਵਕਾਲ ਜਾਣਦੇ ਹਾਂ, ਸਾਡੇ ਮੈਂਬਰ ਪੜ੍ਹੇ ਲਿਖੇ ਹਨ, ਤਜਰਬੇਕਾਰ ਤੁਸੀਂ ਆਪ ਵਕੀਲ ਬਣ ਕੇ ਲੋਕਾਂ ਨੂੰ ਨਹੀਂ ਵੇਚੋ? ਹੈਗੇ, ਆਲਰੇਡੀ ਸਾਡੇ ਲੱਗੇ हुए हैं सारे मेंबर, जी सारी पार्टी लगी हुई है जी और वो पढ़ा रहे हैं, लोगों को दस रहे हैं, जितने जितने दस के कन्विंस कर दे अपने आप लोग हटणगे पीछे। जी और मैं तो सबसे बड़ी गल कही है, हाथ कंगन को अर्जी क्या, जी ਜਦੋਂ मौके ते फसल बिक जानी है जी ਤਾਂ ਸਾਰੇ ਭੁਲੇਖੇ ਦੂਰ ਹੋ ਜਾਣੇ। ਜੀ ਔਰ ਇਹ ਜਿਹੜਾ ਭੁਲੇਖਾ ਜਿਹੜਾ ਪਾ ਰਿਹਾ ਜੀ, ਉਹ ਕੰਪਨੀ ਆ ਜਾਣਗੀਆਂ ਜੀ, ਤੁਹਾਡੀ ਜ਼ਮੀਨ ਸਾਂਭ ਲੈਣਗੀਆਂ, ਆੜ ਦੀਆਂ ਦੁਕਾਨਾਂ ਬੰਦ ਹੋ ਜਾਣ, ਕਿਵੇਂ ਹੋ ਜਾਣਗੀਆਂ ਜੀ? ਇੱਕ ਕਿਸਾਨ ਦੇ ਘਰ ਵਾਲੀ ਬਿਮਾਰ ਹੋ ਗਈ, ਹਸਪਤਾਲ ਵਿੱਚ ਉਹਨੇ ਦਾਖਲ ਕਰਾਤੀ ਰਾਤ ਨੂੰ 8 ਵਜੇ ਆ ਕੇ। ਜੀ ਡਾਕਟਰ ਕਹਿੰਦਾ ਇੰਨੇ ਪੈਸੇ ਜਮ੍ਹਾਂ ਕਰਾਓ ਤੇ ਅਸੀਂ ਤਾਂ ਹੁਣੇ ਆਪਰੇਸ਼ਨ ਕਰਨਾ। ਜੀ ਉਹ ਕਿਹਦੇ ਕੋਲ ਪੈਸੇ ਲੈਣ ਜਾਊਗਾ? ਆੜਤੀ ਕੋਲ ਜਾਊਗਾ। ਜੀ ਆੜਤੀ ਪੈਸੇ ਦੇਊਗਾ ਤਾਂ ਆਪਰੇਸ਼ਨ ਹੋਣਾ। ਜੀ ਤੇ ਜੇ ਸੋਸਾਇਟੀ ਜਾਊਗਾ, ਸੋਸਾਇਟੀ ਵਾਲਾ ਤਾਂ ਲੱਭਣਾ ਹੀ ਨਹੀਂ 4 ਦਿਨ। ਇਸ ਕਰਕੇ ਆੜਤੀ ਔਰ ਕਿਸਾਨ ਦਾ ਜਿਹੜਾ ਰਿਸ਼ਤਾ ਹੈ ਉਹ 9 ਮਾਸ ਦਾ ਰਿਸ਼ਤਾ। ਪਰ ਜਦੋਂ ਵਪਾਰੀ ਜਾਣਗੇ ਰਿਸ਼ਤਾ ਖਤਮ ਹੋ ਜਾਣਾ ਵਿੱਚ ਜੀ। ਇਹ ਕਿਵੇਂ ਹੋ ਜਾਊਗਾ? ਜਦੋਂ ਵਪਾਰੀਆਂ, ਹੁਣ ਮੈਂ ਤੋਮਰ ਸਾਹਿਬ ਦੀ ਇੰਟਰਵਿਊ ਦੇਖ ਰਿਹਾ, ਉਹਨਾਂ ਵਿੱਚ ਇਹ ਕਿਹਾ ਵਾ ਵੀ ਜਦੋਂ ਵਪਾਰੀ ਆਊਗਾ ਫਸਲ ਦਾ ਮੁੱਲ ਤੈਅ ਕਰ ਦੂਗਾ ਬੀਜਣ ਵੇਲੇ, ਤੇ ਜਦੋਂ ਉਹ ਫਸਲ ਵੱਢੀ ਜਾਊਗੀ, ਜਦੋਂ ਵੇਚੀ ਜਾਊਗੀ ਉਸੇ ਮੁੱਲ ਤੇ ਵਿਕੂਗੀ। ਇੱਕ ਤੋਮਰ ਸਾਹਿਬ ਦਾ ਬਿਆਨ ਸੀ। ਉਹ ਕੰਟੈਕਟ ਫਾਰਮ, ਹਾਂ ਉਹੀ ਦਾ ਤੁਸੀਂ ਕਿਸਾਨਾਂ ਦਾ ਇਹ ਦੋਸ਼ ਹੈ। ਨਹੀਂ, ਜਿਹੜੀ ਮੈਂ ਆੜਤੀ ਦੀ ਗੱਲ ਕਹੀ ਹੈ ਨਾ, ਉਹ ਪੈਸਾ ਤੁਹਾਨੂੰ ਸ਼ਾਇਦ ਡਿਟੇਲ ਨਹੀਂ ਪਤਾ ਜੀ। ਕਿਸਾਨ ਨੇ ਡੀਜ਼ਲ ਖਰੀਦਣਾ ਹੈ, ਆੜਤੀ ਨੂੰ ਪਰਚੀ ਦੇ ਦਿੰਦਾ ਫਲਾਣੇ ਪੈਟਰੋਲ ਪੰਪ ਤੋਂ ਖਰੀਦ ਲੈ ਜੀ। ਉਹ ਜਿਹੜਾ ਪੈਟਰੋਲ ਪੰਪ ਵਾਲਾ ਪਰਚੀਆਂ ਸੰਭਾਲ ਕੇ ਰੱਖੀ ਜਾਊਗਾ ਜੀ। 2 ਦਿਨ ਬਾਅਦ 4 ਦਿਨ ਬਾਅਦ ਉਹ ਸਾਰੀਆਂ ਪਰਚੀਆਂ ਉੱਥੇ ਦੇ ਦੂਗਾ ਤੇ ਪੈਸੇ ਲੈ ਲੂਗਾ ਜੀ। ਕਿਸਾਨ ਨੇ ਤਾਂ ਡੀਜ਼ਲ ਲੈਣਾ ਤਾਂ ਵੀ ਉਹਨੂੰ ਲੋੜ ਹੈ, ਪੈਟਰੋਲ ਲੈਣਾ ਤਾਂ ਵੀ ਉਹਨੂੰ ਲੋੜ ਹੈ, मोबाइल लेना तामी उन्हें लोड है, बच्चा बीमार हो गया तामी लोड है, खाद खरीदनी है तामी लोड है, पेस्टिसाइड खरीदना तामी लोड है। ये कौन लोड़ा पूरी करूँगा? सोसाइटी ਦੇ ਜਿਹੜੇ ਬੈਂਕ ਹੈ ਨਾ ਉਹਨਾਂ ਤੇ ਨਹੀਂ ਹੁੰਦੇ ਪੂਰੇ ਜੀ। ਇਹ ਆੜਤੀ ਪੂਰੀ ਫਸਲ ਦੀ ਬਿਜਾਈ ਹੋਊਗੀ ਉਦੋਂ ਕੰਟਰੈਕਟ ਹੋਏਗਾ ਵਪਾਰੀ ਨਾਲ ਵੀ ਜੋ ਅੱਜ ਰੇਟ ਅਸੀਂ ਤੈਅ ਕਰ ਲਿਆ ਵੇਚਣ ਵੇਲੇ ਇਹੀ ਰੇਟ ਤੁਹਾਨੂੰ ਫਸਲ ਦਾ ਮਿਲੇਗਾ, ਵੱਧ ਘੱਟ ਨਹੀਂ ਮਿਲੇਗਾ। ਆਪਸ਼ਨ ਦਿੱਤੀ ਹੈ। ਹਾਂਜੀ ਠੀਕ ਹੈ ਜੀ। ਇਹ ਨਹੀਂ ਕਿ ਵੀ ਸਾਰਿਆਂ ਨੂੰ ਹੋਊਗਾ ਜੀ। ਜਿਹਦੇ ਕੋਲ 100 ਏਕੜ ਜ਼ਮੀਨ ਹੈ ਜੀ, ਉਹ ਕਹਿੰਦੇ ਜੀ ਮੇਰੀ ਆ ਫਸਲ ਦੇਖੋ ਬੀਜੀ ਵੀ ਤੁਸੀਂ ਦੇਖ ਲਓ ਜੀ, ਜਾਂ ਪਹਿਲੇ ਦਿਨ ਨਾਲ ਗੱਲ ਕਰ ਲੂਗਾ, ਉਹਨੂੰ ਕਹੂਗਾ ਵੀ ਇਦਾਂ ਬੀਜ, ਬਿਲਕੁਲ ਅਸੀਂ ਤੇਰੀ ਫਸਲ ਚੱਕਾਂਗੇ, ਤੇਰਾ ਰੇਟ ਹੋਊਗਾ ਜੀ। ਲੇਕਿਨ ਉਹਦੇ ਚ ਵੀ ਕਿਸਾਨਾਂ ਦੇ ਹੱਕ ਦੀ ਗੱਲ ਕਹੀ ਹੈ ਜੀ। ਕਿਸਾਨ ਮੁੱਕਰ ਸਕਦਾ ਹੈ, ਖਰੀਦਣ ਵਾਲਾ ਨਹੀਂ ਮੁੱਕਰ ਸਕਦਾ। ਉਹਨੇ ਖਰੀਦਣਾ ਮੁੱਕਰੂਗਾ ਤਾਂ ਕਿਸਾਨ ਤਾਂ ਪਹਿਲੇ ਵੀ ਜਿਹੜਾ ਗਰੀਬ ਆ, ਉਹ ਤਾਂ ਜਿਹੜਾ ਖਰੀਦਦਾਰ ਆ ਉਹ ਤਾਂ ਮਹਿੰਗੇ ਵਕੀਲ ਕਰਕੇ ਆਪਣੀ ਜਿਹੜੀ ਉਹ ਜਿਹੜਾ ਘਰ ਪੂਰਾ ਕਰ ਲੂਗਾ। ਕਿਸਾਨ ਕਿੱਥੇ ਜਾਊਗਾ? ਨਹੀਂ ਕਰ ਸਕਦਾ ਜੀ। ਇਹ ਵੀ ਆਪਾਂ ਐਵੇਂ ਕਹੀ ਜਾਂਦੇ ਹਾਂ, ਨਾ ਵਕੀਲ ਦੀ ਲੋੜ ਨਾ ਦਲੀਲ ਦੀ ਲੋੜ ਜੀ। ਇਹ ਤਾਂ ਉਹਨਾਂ ਨੇ ਰੀਕਨਸਿਲੀਏਸ਼ਨ ਜਿਹੜੀ ਸਮਝੌਤੇ ਕਰਾਉਣ ਵਾਲੀਆਂ ਕਮੇਟੀਆਂ ਬਣ ਜਾਣਗੀਆਂ ਜੀ। ਐਸਡੀਐਮ ਫੈਸਲਾ ਕਰੇਗਾ, ਐਸਡੀਐਮ ਕਿਉਂਕਿ ਇਸ ਮਾਮਲੇ ਨਾਲ ਇਨਵੋਲਵਡ ਹੈ ਜੀ। ਇਸ ਕਰਕੇ ਐਸਡੀਐਮ ਨੂੰ ਪਾਵਰ ਤਾਂ ਦਿੱਤੀ ਹੈ, ਪ੍ਰੋਕਿਉਰਮੈਂਟ ਠੀਕ ਹੋਵੇ ਐਸਡੀਐਮ ਨੇ ਦੇਖਣੀ ਹੈ ਜੀ। ਡੇਲੀ ਮੀਟਿੰਗਾਂ ਕਰਦੇ ਆ ਉਹ ਜੀ। ਇਸ ਕਰਕੇ ਜੇ ਪੈਨਲਟੀ ਪੈਣੀ ਹੈ ਤਾਂ ਕਿਸਾਨ ਨੂੰ ਨਹੀਂ ਪੈਣੀ ਜੀ, ਜੇ ਵਿਆਜ ਪੈਣਾ ਤਾਂ ਕਿਸਾਨ ਨੂੰ ਨਹੀਂ ਪੈਣਾ ਜੀ। ਪੈਸੇ ਮੋੜਨ ਵਾਸਤੇ ਪੈਸਿਆਂ ਦਾ ਜੇ ਪੈਸੇ ਨਹੀਂ ਦਿੱਤੇ ਕਾਰਪੋਰੇਸ਼ਨ ਨੇ ਜਾਂ ਜਿਹੜਾ ਬੰਦਾ ਖਰੀਦਦਾ ਉਹਨੂੰ ਪੈਨਲਟੀ ਪਊਗੀ, ਵਿਆਜ ਵੀ ਪਊਗਾ ਜੀ। ਸੋ ਇਸ ਕਰਕੇ ਕਿਸਾਨ ਮੁੱਕਰਦਾ ਉਹਨੂੰ ਕੁਝ ਨਹੀਂ ਪੈਣਾ, ਉਹ ਪੈਸੇ ਮੋੜਨੇ ਪੈਣਗੇ ਜੀ। ਇਸ ਕਰਕੇ ਕਿਸਾਨ ਦੇ ਹਿੱਤਾਂ ਦੀ ਹੀ ਸਾਰੇ ਪਾਸੇ ਰਾਖੀ ਕੀਤੀ ਗਈ ਹੈ ਜੀ। ਔਰ ਕਿਸਾਨ ਨੂੰ ਸਭ ਪਤਾ ਵੀ ਹੁਣ ਜੇ ਉਹਨਾਂ ਨੂੰ ਕੋਈ ਗੁੰਮਰਾਹ ਰੋਜ਼ ਜਾ ਕੇ ਕਹੀ ਜਾਂਦਾ ਕੋ, ਜਿਵੇਂ ਕਹਿੰਦੇ ਵੀ ਕੋਈ ਬੱਕਰੀ ਲਈ ਜਾ ਰਿਹਾ ਸੀ ਕਿਸਾਨ, ਉਹ ਟੱਪਣ ਲੱਗਿਆ ਪੁਲਿਸ ਨੇ ਕਿਹਾ ਖੋਤੀ ਕਿੱਥੇ ਚੱਕੀ ਜਾ ਰਹੇ ਜੀ। ਉਹ ਕਹਿੰਦਾ ਬੱਕਰੀ ਹੈ, ਅੱਗੇ ਗਿਆ ਫਿਰ ਉਹਨੇ ਖੋਤੀ ਕਹਿਤਾ, ਅੱਗੇ ਗਿਆ ਫਿਰ ਖੋਤੀ ਕਹਿਤਾ। ਜਦ ਪੁਲ ਟੱਪ ਗਿਆ ਉਹ ਕਹਿੰਦਾ ਤੂੰ ਖੋਤੀ ਕਿੱਥੇ ਚੱਕੀ ਜਾ, ਉਹਨੇ ਲਾਤੀ ਜੀ। ਲਾ ਕੇ ਤੁਰ ਪਿਆ ਵੀ ਚਲੋ ਖੋਤੀ ਯਾਰ ਇੰਨੇ ਬੰਦੇ ਕਹਿੰਦੇ ਤਾਂ ਖੋਤੀ ਹੋਣੀ ਹੈ ਜੀ। ਉਹ ਜਦੋਂ ਥੋੜਾ ਜਿਹਾ ਅੱਗੇ ਗਿਆ ਉਹਨੇ ਭੱਜ ਕੇ ਬੱਕਰੀ ਚੱਕੀ ਤੇ ਲੈ ਕੇ ਚਲੇ ਗਏ। ਕਿਸਾਨ ਵਿਚਾਰਾ ਖਾਲੀ ਰਹਿ ਗਿਆ ਜੀ। ਇਹ ਤਾਂ ਹੁਣ ਕਿਸਾਨ ਨੂੰ ਗੁੰਮਰਾਹ ਕਰਤਾ ਜੀ। ਸਾਰੇ ਨੂੰ ਕਹੀ ਜਾਂਦੇ ਲੇਕਿਨ ਕਿਸਾਨ ਸਮਝਦਾਰ ਹੈ, ਕਿਸਾਨਾਂ ਦੇ ਬੱਚੇ ਪੜ੍ਹ ਲਿਖ ਗਏ ਜੀ, ਖੇਤੀ ਪੜ੍ਹੇ ਲਿਖੇ ਸਟਾਈਲ ਨਾਲ ਕਰਦੇ ਹੈ ਜੀ। ਇੰਨੀ ਜਲਦੀ ਗੁੰਮਰਾਹ ਨਹੀਂ ਹੋਣਗੇ। ਠੀਕ ਹੈ ਇੱਕ ਵਾਰ ਗੁੰਮਰਾਹ ਹੋ ਗਏ, ਇਹ ਕਾਰ ਦੀ ਅੰਗੀਠੀ ਰੋਜ਼ ਨਹੀਂ ਚੜ੍ਹਦੀ, ਇਹ ਅਗਲੀ ਵਾਰ ਨਹੀਂ ਚੜੂਗੀ ਇਹਨਾਂ ਦੀ ਜਿਹੜੇ ਪੋਲੀਟੀਕਲ ਪਾਰਟੀਆਂ ਨਾਲ ਗੁੰਮਰਾਹ ਕਰ ਰਹੇ। ਤੇ ਨੋਟ ਕਿ ਮੋਦੀ ਸਾਹਿਬ ਤੇ ਕੋਈ ਵੱਡਾ ਲੀਡਰ ਨਹੀਂ ਆਣਾ ਜਿਹਨੇ ਕਿਸਾਨਾਂ ਦੀ, ਗਰੀਬਾਂ ਦੀ, ਬੈਕਵਰਡ ਕਲਾਸ, ਦਲਿਤ ਵਰਗ, ਪੜ੍ਹੇ ਲਿਖੇ, ਬੇਰੁਜ਼ਗਾਰ, ਨੌਜਵਾਨ ਸਾਥੀ ਔਰ ਹੋਰ ਸਮਾਜ ਦੇ ਹਰ ਵਰਗ ਦੀ ਜਿਹਨੇ ਚਿੰਤਾ ਕੀਤੀ ਹੈ, ਭੈਣਾਂ ਦੀ,
ਬਜ਼ੁਰਗਾਂ ਦੀ ਚਿੰਤਾ ਕੀਤੀ ਹੈ। ਉਹ ਜੋ ਕਰ ਰਹੇ ਹੈ ਉਹ ਸਾਰਿਆਂ ਵਾਸਤੇ ਕਰ ਰਹੇ, ਇੱਕ ਵਰਗ ਵਾਸਤੇ ਨਹੀਂ ਕਰ ਰਹੇ। ਔਰ ਇਸੇ ਕਰਕੇ ਮੋਦੀ ਸਾਹਿਬ ਦਾ ਭਰੋਸਾ ਹਲੇ ਵੀ ਲੋਕਾਂ ਨੂੰ ਹੈਗਾ। ਇਸੇ ਕਰਕੇ ਮੈਂ ਕਿਹਾ ਸੀ ਕਿ 59 ਸੀਟਾਂ ਅਸੀਂ ਲੜਾਂਗੇ, 58 ਅਕਾਲੀ ਦਲ ਲੜੂਗਾ ਜੀ। ਅਗਰ ਅਕਾਲੀ ਦਲ 94 ਸੀਟਾਂ ਲੜੂਗਾ, ਅਸੀਂ 23 ਲੜਾਂਗੇ, ਸਰਕਾਰ ਨਹੀਂ ਬਣ ਸਕਦੀ ਜੀ। ਕਿਉਂਕਿ ਜੇ ਅਸੀਂ ਬਰਾਬਰ ਦੀਆਂ ਸੀਟਾਂ ਲੜਾਂਗੇ ਤਾਂ ਲੋਕਾਂ ਨੂੰ ਪਤਾ ਵੀ ਇਹਨਾਂ ਦੀ ਸਰਕਾਰ ਕੇਂਦਰ 'ਚ ਹੈ, ਮੋਦੀ ਸਾਹਿਬ ਉੱਤੇ ਬੈਠੇ ਹੈ, ਸਾਡੇ ਸੂਬੇ ਦੀ ਤਰੱਕੀ ਹੋਏਗੀ, ਸਾਨੂੰ ਵੱਧ ਫੰਡ ਮਿਲਣਗੇ, ਸਾਨੂੰ ਰਹਿਤਾਂ ਮਿਲਣਗੀਆਂ। ਇਸ ਲਈ ਲੋਕ ਫਿਰ ਅਕਾਲੀਆਂ ਨੂੰ ਵੀ ਕੋਈ ਵੋਟਾਂ ਪਾ ਦੇਣਗੇ ਜੀ। 94 ਨਾਲੇ ਮੈਜੋਰਟੀ ਨਹੀਂ ਲਿਆ ਸਕਦੇ ਜੀ। ਇਸ ਲਈ ਮੈਂ ਕਿਹਾ ਸੀ ਕਿ ਸਾਡੀਆਂ ਵੱਧ ਸੀਟਾਂ ਲੜਾਓ, ਇਹਨਾਂ ਦੀ ਘੱਟ ਲੜੋ। ਕਹਿੰਦਾ ਭਾਵ ਬੀਜੇਪੀ ਦੇ ਨਾਲ ਹੀ ਅਕਾਲੀ ਦਲ ਦਾ ਆਧਾਰ ਹੈਗਾ ਪੰਜਾਬ ਦੇ ਵਿੱਚ। ਬਾਕੀ ਦੇਖੋ ਹੁਣ ਅਕਾਲੀ ਦਲ ਕਿਆ ਸੋਚਦਾ, ਉਹਨੇ ਫੈਸਲਾ ਕਰਨਾ। ਅਸੀਂ ਤਾਂ ਤਿਆਰ ਹੈ, ਸਾਨੂੰ ਕੋਈ ਦਿੱਕਤ ਨਹੀਂ ਹੈ। ਬਾਕੀ ਸਾਡੇ ਹਾਈ ਕਮਾਂਡ ਅਗਰ ਕੱਲ ਨੂੰ ਕਹਿੰਦਾ ਵੀ 117 ਦੀ ਤਿਆਰੀ ਕਰੋ, 117 ਲੜਾ ਦਾਂਗੇ ਜੀ। ਪਰ ਬਾਲ ਇਜ਼ ਇਨ ਦੀ ਕੋਰਟ ਆਫ ਦੀ ਅਕਾਲੀ ਦਲ ਜੀ। ਤੋੜਨਾ ਨਹੀਂ ਤੋੜਨਾ, ਜੋੜਨਾ ਜੋੜ ਕੇ ਰੱਖਣਾ, ਉਹ ਇਹਨਾਂ ਨੇ ਫੈਸਲਾ ਕਰਨਾ ਜੀ। ਸਾਡੇ ਵਾਸਤੇ ਤਾਂ ਬਾਦਲ ਸਾਹਿਬ ਮੁਖੀ ਹੈ ਜੀ। ਬੜੇ ਬਾਦਲ ਸਾਹਿਬ ਦਾ ਅੱਜ ਵੀ ਅਸੀਂ ਇਹਤਰਾਮ ਕਰਦੇ ਹਾਂ। ਮੇਰੀ ਪਾਰਟੀ ਇਹਤਰਾਮ ਕਰਦੀ ਹੈ, ਮੇਰੀ ਪਾਰਟੀ ਬੜੇ ਬਾਦਲ ਸਾਹਿਬ ਦੀ ਇੱਜ਼ਤ ਕਰਦੀ ਹੈ। ਤੁਸੀਂ ਦੱਸੋ ਵੀ ਐਡਾ ਬੜਾ ਪ੍ਰਾਈਮ ਮਿਨਿਸਟਰ ਹੋਵੇ, ਜਿਹਨੂੰ ਦੁਨੀਆ ਦੇ ਮੁਲਕਾਂ ਨੇ ਮੰਨ ਲਿਆ ਵੀ ਹਿੰਦੁਸਤਾਨ ਪ੍ਰਾਈਮ ਮਿਨਿਸਟਰ ਬਹੁਤ ਸਟਰੋਂਗ ਹੈ ਜੀ। ਉਹ ਨੋਮੀਨੇਸ਼ਨ ਫਾਈਲ ਕਰਨ ਜਾਣਾ ਹੈ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪੈਰਾਂ ਨੂੰ ਹੱਥ ਲੱਗ ਗਿਆ। ਅਸ਼ੀਰਵਾਦ ਲੈ ਪਰ ਅੱਜ ਤੁਹਾਡਾ ਮੁਲਤਾਨ ਨਾ ਮੁੜਿਆ ਉਹਨਾਂ ਨੇ, ਅੱਜ ਖੜਨ ਦੀ ਲੋੜ ਸੀ। ਅਸ਼ੀਰਵਾਦ ਲੈ ਕੇ ਜਾਂਦੇ ਹਾਂ। ਔਰ ਜਦੋਂ ਪ੍ਰਧਾਨ ਮੰਤਰੀ ਦੀ ਸ਼ਪਥ ਲੈਣੇ ਫਿਰ ਵੀ ਬਾਦਲ ਸਾਹਿਬ ਤੋਂ ਅਸ਼ੀਰਵਾਦ ਲੱਤਾ। ਸਾਡੇ ਹੋਰ ਲੀਡਰ ਵੀ ਬੈਠੇ ਤੇ ਜੀ। ਤੇ ਉਹ ਪ੍ਰਕਾਸ਼ ਸਿੰਘ ਬਾਦਲ ਹੈ ਜਿਸ ਨੇ ਐਨਡੀਏ ਨੂੰ ਆਪਣੇ ਖੂਨ ਪਸੀਨੇ ਨਾਲ ਬਣਾਇਆ। ਇਸ ਲਈ ਬਾਦਲ ਸਾਹਿਬ ਜਦ ਤੱਕ ਬੈਠੇ ਹੈ, ਭਾਰਤੀ ਜਨਤਾ ਪਾਰਟੀ ਉਹਨਾਂ 'ਚ ਪੂਰਾ ਵਿਸ਼ਵਾਸ ਰੱਖਦੀ ਹੈ। ਅੱਜ ਵੀ ਰੱਖਦੀ, ਕੱਲ ਵੀ ਰੱਖਦੀ, ਕੱਲ ਨੂੰ ਵੀ ਰੱਖੋਗੇ ਜੀ। ਇਹ ਹੁਣ ਬੱਚਿਆਂ ਨੇ ਫੈਸਲਾ ਕਰਨਾ ਵੀ ਉਹਨਾਂ ਨੇ ਬਾਦਲ ਸਾਹਿਬ ਦੀ ਐਡਵਾਈਸ ਤੇ ਚੱਲਣਾ ਕਿ ਆਪਣੀ ਪੁਰਾਣੀ ਕਿਸੇ ਹੋਰ ਨਵੇਂ ਸੋਚ ਤੋਂ ਚੱਲਣਾ। ਬਹੁਤ ਬਹੁਤ ਧੰਨਵਾਦ। ਅਸੀਂ ਬਿਲਕੁਲ ਪੰਜਾਬ ਦੀ ਜਨਤਾ ਨੂੰ, ਪੰਜਾਬ ਦੇ ਕਿਸਾਨਾਂ ਨੂੰ ਜੀ ਭਰੋਸਾ ਦਿੰਦੇ ਹਾਂ ਕਿ ਭਾਰਤ ਦੀ ਸਰਕਾਰ ਜੀ, ਕੇਂਦਰ ਦੀ ਸਰਕਾਰ, ਮੋਦੀ ਸਾਹਿਬ ਦੀ ਸਰਕਾਰ ਕਿਸਾਨਾਂ ਦੇ ਹੱਕ 'ਚ ਹੈ ਜੀ। ਔਰ 2022 'ਚ ਅਸੀਂ ਆਵਾਂਗੇ ਪੰਜਾਬ 'ਚ ਜੀ, ਸਰਕਾਰ ਬਣਾਵਾਂਗੇ ਜੀ। ਔਰ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਹੱਲ ਕਰਾਂਗੇ, ਕਿਤੇ ਕਿਸਾਨ ਨਾਲ ਧੱਕਾ ਨਹੀਂ ਹੋਣ ਦੇਵਾਂਗੇ। ਔਰ ਉਹਨੂੰ ਐਮਐਸਪੀ ਮਿਲੇ, ਇਸ ਗੱਲ ਦੀ ਅਸੀਂ ਗਰੰਟੀ ਦੇਵਾਂਗੇ ਜੀ। ਅੱਜ ਵੀ ਦਿੰਦੇ, ਕੱਲ੍ਹ ਨੂੰ ਵੀ ਦੇਵਾਂਗੇ ਜੀ। ਸੋ ਇਸ ਲਈ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ, ਹੌਸਲਾ ਛੱਡਣ ਦੀ ਲੋੜ ਨਹੀਂ। ਉਹ ਐਜੀਟੇਸ਼ਨ ਦੀ ਬਜਾਏ ਅੱਜ ਹੀ ਮੈਂ ਉਹਨਾਂ ਨੂੰ ਕਹੂੰਗਾ ਕਿ ਜਾ ਕੇ ਗੱਲਬਾਤ ਕਰ ਲੈਣ। ਮੈਂ ਨਾਲ ਚੱਲਣ, ਮੈਂ ਲੈ ਜਾਂਦਾ, ਜਿਹੜਾ ਪ੍ਰਧਾਨ ਲੈ ਜਾਂਦਾ, ਅਸੀਂ ਇਕੱਠੇ ਹੋ ਕੇ ਜਾ ਕੇ ਇਹਨਾਂ ਦੀ ਤੋਮਰ ਸਾਹਿਬ ਨਾਲ ਗੱਲ ਕਰਾ ਕੇ ਜਿਹੜੀ ਕੋਈ ਸ਼ੰਕਾ ਇਹਨੂੰ ਦੂਰ ਕਰਾ ਦਿੰਦੇ ਜੀ। ਸੋ ਐਜੀਟੇਸ਼ਨ ਨੂੰ ਛੱਡ ਦੇਣ। ਪੰਜਾਬ ਦੇ ਵਿੱਚ ਫਸਲਾਂ ਤਿਆਰ ਕਰੀਆਂ, ਪ੍ਰੋਕਿਉਰਮੈਂਟ 1/10 ਤੇ ਸ਼ੁਰੂ ਹੋਣੀ ਹੈ। ਇਸ ਕਰਕੇ ਤੁਸੀਂ ਮਦਦ ਕਰਕੇ ਸਾਰਿਆਂ ਦੀ ਫਸਲਾਂ ਠੀਕ ਸਹੀ ਕਟਵਾ ਕੇ ਮੰਡੀਆਂ 'ਚ ਲਿਆਓ ਤਾਂ ਕਿ ਸਮੇਂ ਸਿਰ ਚੁੱਕਿਆ ਜਾ ਸਕੇ ਜੀ। ਔਰ ਕਿਸਾਨ ਨੂੰ ਜਿਹੜਾ ਇੰਨੀ ਦੇਰ ਤੇ 2 ਫਸਲਾਂ ਕਿਸਾਨ ਦੀ ਹਾੜੀ ਤੇ ਸੌਣੀ ਜੀ, ਤੇ ਸਾਰੀ ਇਕਨੋਮੀ ਡਿਪੈਂਡ ਕਰਦੀ ਹੈ ਜੀ। ਔਰ ਪੰਜਾਬ ਦੇ ਆੜ੍ਹਤੀਆਂ ਦੀ, ਪੰਜਾਬ ਦੇ ਵਪਾਰੀਆਂ ਦੀ ਤੇ ਕਿਸਾਨਾਂ ਦੀ ਸਾਂਝ ਦਾ ਇੱਕ ਕਾਰਨ ਹੈ ਕਿ ਪੰਜਾਬ 'ਚ ਹਿੰਦੂ ਸਿੱਖ ਨਹੀਂ ਲੜੇ ਜੀ। ਉਹ ਐਡੀ ਵੱਡੀ ਮਾਲੀ ਸਾਂਝ, ਸਮਾਜਿਕ ਸਾਂਝ ਹੈ ਜਿਹਦੇ ਨਾਲ ਕਿ ਇੱਕ ਦੂਜੇ ਦਾ ਗੱਲ ਨਹੀਂ ਵੱਢਿਆ। ਹਾਲਾਂਕਿ ਪੰਜਾਬ ਤੇ ਬਾਹਰ ਕਾਂਗਰਸ ਰਾਜ ਦੇ ਵਿੱਚ ਸਿੱਖਾਂ ਦੇ ਗਲ ਵੱਢੇ ਗਏ, ਬੇਟੀਆਂ ਦੀ ਇੱਜ਼ਤ ਲੁੱਟੀ ਗਈ, ਟਾਇਰ ਗਲਾਂ 'ਚ ਪਾ ਕੇ ਮਾਰੇ ਗਏ, ਸਾੜੇ ਗਏ। ਕਿਹਨੇ ਮਾਰੇ? ਕਾਂਗਰਸ ਨੇ ਮਾਰੇ। ਔਰ ਉਹਨਾਂ ਨੂੰ ਸਜ਼ਾ ਹੁਣ ਕਿਹਨੇ ਦਵਾਈ ਹੈ? ਉਹ ਸਾਰੇ ਕੇਸ ਖੋਲੇ ਦੁਬਾਰਾ ਤਾਂ ਬੀਜੇਪੀ ਨੇ ਖੁਲਵਾਏ ਜੀ। ਉਹਨਾਂ ਦੀ ਪੜਤਾਲ ਹੋਈ, ਪੜਤਾਲ ਹੋ ਕੇ ਕਚਹਿਰੀ ਉਹਨਾਂ ਦੇ ਚਲਾਨ ਪੇਸ਼ ਕਰਾਏ ਔਰ ਉਹਨਾਂ ਨੂੰ ਅਦਾਲਤ ਨੇ ਕਾਨੂੰਨ ਦੇ ਮੁਤਾਬਕ ਸਜ਼ਾ ਦਿੱਤੀ ਜੀ। ਇਸ ਲਈ ਮੈਂ ਪੰਜਾਬ ਦੇ ਕਿਸਾਨਾਂ ਨੂੰ ਫਿਰ ਦੁਬਾਰਾ ਮੋਦੀ ਸਾਹਿਬ ਵੱਲੋਂ, ਤੋਮਰ ਸਾਹਿਬ ਵੱਲੋਂ, ਨੱਡਾ ਸਾਹਿਬ ਵੱਲੋਂ ਔਰ ਆਪਣੀ ਪਾਰਟੀ ਵੱਲੋਂ ਔਰ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਭਰੋਸਾ ਦਿੰਦਾ ਕਿ ਅਸੀਂ ਤੁਹਾਡੇ ਨਾਲ ਹੈ ਜੀ। ਤੁਹਾਡੇ ਹੱਕਾਂ ਦਾ ਪੂਰੀ ਪਹਿਰਾ ਦੇਵਾਂਗੇ, ਕੋਈ ਤੁਹਾਡਾ ਧੱਕਾ ਨਹੀਂ ਹੋਣ ਦੇਵਾਂਗੇ। ਤੁਹਾਡਾ ਵੀ ਬਹੁਤ ਧੰਨਵਾਦ ਹੈ ਜੀ ਕਿ ਤੁਸੀਂ ਮੈਨੂੰ ਆਪਣੇ ਚੈਨਲ ਦੇ ਥਰੂ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਮੌਕਾ ਦਿੱਤਾ ਔਰ ਉਹਨਾਂ ਤੱਕ ਪਾਰਟੀ ਦਾ ਸਹੀ ਦ੍ਰਿਸ਼ਟੀਕੋਣ, ਸਹੀ ਵਿਚਾਰ, ਸਹੀ ਸੋਚ ਕਿਸਾਨਾਂ ਤੱਕ ਪਹੁੰਚਾਉਣ ਦਾ ਔਰ ਉਹਨਾਂ ਭਰੋਸਾ ਦੇਣ ਦਾ ਮੌਕਾ ਦਿੱਤਾ। ਬਹੁਤ ਬਹੁਤ ਧੰਨਵਾਦ। ਭਾਰਤ ਮਾਤਾ की जय। वाहेगुरु जी का खालसा, वाहेगुरु जी की फतेह।
ਸੋ ਇਹ ਸਨ ਮਦਨ ਮੋਹਨ ਮਿੱਤਲ ਜਿਹੜੇ ਸਾਬਕਾ ਮੰਤਰੀ ਤੇ ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਨੇ। ਉਹਨਾਂ ਨੇ ਆਪਣੇ ਵਿਚਾਰ ਰੱਖੇ, ਜਿਹੜਾ ਗੱਠਜੋੜ ਦੀ ਗੱਲ ਕੀਤੀ ਹੈ ਉਹਦੇ ਬਾਰੇ ਆਪਣੀ ਗੱਲ ਕੀਤੀ ਵੀ ਸਾਡੀ ਕੋਸ਼ਿਸ਼ ਇਹ ਰਹੇਗੀ ਜਿਹੜਾ ਅਕਾਲੀ ਬੀਜੇਪੀ ਜਿਹੜਾ ਗੱਠਜੋੜ ਹੈ ਉਹ ਉਸੇ ਤਰ੍ਹਾਂ ਜਾਰੀ ਰਹੇ। ਅਸੀਂ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਵੀ ਇੱਜ਼ਤ ਕਰਦੇ ਹਾਂ, ਪਹਿਲਾਂ ਵੀ ਇੱਜ਼ਤ ਕਰਦੇ ਤੇ ਅੱਗੇ ਵੀ ਇੱਜ਼ਤ ਕਰਦੇ ਰਹਾਂਗੇ। ਸੋ ਬੱਚਿਆਂ ਦੀ ਗੱਲ ਕੀਤੀ ਹੈ, ਬੱਚਿਆਂ ਦੇ ਵਿੱਚ ਕੌਣ ਆ ਜਾਂਦਾ। ਸੋ ਰਾਜਨੀਤਿਕ ਗਲਿਆਰਿਆਂ ਵਿੱਚ ਇਸ ਚੀਜ਼ ਦੀ ਸਾਰਿਆਂ ਨੂੰ ਸਮਝ ਹੈਗੀ ਵੀ ਬੱਚਿਆਂ ਨੇ ਕਿਹੜਾ ਫੈਸਲਾ ਲੈਣਾ ਤੇ ਬੱਚੇ ਇਹ ਕਿਹਨਾਂ ਨੂੰ ਕਹਿ ਰਹੇ ਨੇ। ਸੋ ਫੈਸਲਾ ਸੁਖਬੀਰ ਬਾਦਲ ਤੇ ਛੱਡ ਦਿੱਤਾ ਗਿਆ ਹੈ। ਤੋਂ ਅੱਗੇ ਜਿਹੜੀ ਬੰਬ ਸਿੱਟਣ ਦੀ ਗੱਲ ਸੀ ਤਾਂ ਉਹਦੇ ਵਿੱਚ ਇੱਕ ਬਿਆਨ ਦਿੱਤਾ ਮਿੱਤਲ ਸਾਹਿਬ ਨੇ, ਸਮਝ ਨਹੀਂ ਆਉਂਦੀ ਵੀ ਬਾਦਲ ਸਾਹਿਬ ਨੇ ਬੰਬ ਕਿੱਥੇ ਸੁੱਟਿਆ, ਆਪਣੇ ਘਰ ਦੇ ਵਿੱਚ ਸੁੱਟਿਆ, ਐਨਡੀਏ ਦੇ ਵਿਹੜੇ ਸੁੱਟਿਆ। ਸੋ ਬੰਬ ਸੁੱਟਣ ਦੀ ਗੱਲ ਤੋਂ ਵੀ ਇਹਨਾਂ ਨੂੰ ਕਿਤੇ ਨਾ ਕਿਤੇ ਸੁਖਬੀਰ ਬਾਦਲ ਦੇ ਬਿਆਨ ਜਿਹੜਾ ਉਹ ਸਮਝ ਤੋਂ ਬਾਹਰ ਲੱਗਦਾ ਹੈ। ਸੋ ਜਿਹੜੀ ਕਿਸਾਨ ਜਥੇਬੰਦੀ ਜਿਹੜੇ ਆਰਡੀਨੈਂਸ ਨੂੰ ਲੈ ਕੇ ਸ਼ੰਕੇ ਪੈਦਾ ਹੋਏ ਸੀ, ਭਾਵੇਂ MSP ਦੀ ਗੱਲ ਕੀਤੀ ਜਾਵੇ, ਵਪਾਰੀ ਵਰਗ ਦੀ ਗੱਲ ਕੀਤੀ ਜਾਵੇ, ਮੰਡੀ ਦੀ ਗੱਲ ਕੀਤੀ ਜਾਵੇ, ਸਾਰੇ ਵੱਖ-ਵੱਖ ਮੁੱਦਿਆਂ ਤੇ ਆਪਣੇ ਵਿਚਾਰ ਮਦਨ ਮੋਹਨ ਮਿੱਤਲ ਨੇ ਰੱਖੇ ਨੇ। ਸੋ ਮੈਂ ਇੰਦਰਪਾਲ ਸਿੰਘ ਧੂਨਾ, ਕੈਮਰਾਮੈਨ ਹੈਰੀ ਦੇ ਨਾਲ ਵੇਖਦੇ ਰਹੋ ਪ੍ਰਾਈਮ ਮੁੱਦੇ। ਸਤਿ ਸ੍ਰੀ ਅਕਾਲ।